ਆਵਾਜ਼ੇ ਕੌਮ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਸ਼ਪਿੰਦਰ ਕੌਰ ਤੁਹਾਡੇ ਸਾਹਮਣੇ ਸ਼ੋਅ ਲੈ ਕੇ ਆਈ ਹਾਂ ਆਪਣਾ ਸਾਹਿਤ ਸੋਚ ਤੇ ਚਰਚਾ। ਅਸੀਂ ਇਸ ਦੇ ਵਿੱਚ ਤੁਹਾਡੀ ਮੁਲਾਕਾਤ ਆਪਣੇ ਸਾਹਿਤਕਾਰਾਂ ਨਾਲ ਕਰਾਵਾਂਗੇ। ਅਸੀਂ ਅੱਜ ਪਹਿਲਾ ਸ਼ੋਅ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਸਾਡੇ ਕੌਮਾਂਤਰੀ ਪੰਥ ਨਾਲ, ਜਿਹੜੇ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹੈ। ਉਹਨਾਂ ਦਾ ਅਸੀਂ ਜੀ ਆਇਆਂ ਕਰਦੇ ਹਾਂ ਸਤਿਕਾਰ ਸਮੇਤ। ਸਰਦਾਰ ਗੁਰਦਿਆਲ ਸਿੰਘ ਨਿਮਰ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਸ਼ੋਅ ਤੇ ਸਾਹਿਤ ਸੋਚ ਤੇ ਚਰਚਾ ਤੇ। ਜੀ ਆਇਆਂ ਨੂੰ ਸਰਦਾਰ ਨਿਮਰ ਜੀ। ਬਹੁਤ ਬਹੁਤ ਧੰਨਵਾਦ ਬੀਬਾ ਰਜਿੰਦਰ ਜੀ। ਬੀਬਾ ਰਜਿੰਦਰ ਕੌਰ ਗਿੱਲ ਜੀ, ਬਹੁਤ ਬਹੁਤ ਧੰਨਵਾਦ। ਸਾਹਿਤ ਸੋਚ ਤੇ ਚਰਚਾ ਆਵਾਜ਼ੇ ਕੌਮ ਟੀਵੀ ਦੀ ਸਮੁੱਚੀ ਟੀਮ ਦਾ ਧੰਨਵਾਦ, ਜਿਨ੍ਹਾਂ ਇੱਕ ਨਿਮਰ ਨਿਮਾਣੇ ਨੂੰ ਅੱਜ ਇੰਨੇ ਵੱਡੇ ਚੈਨਲ ਤੇ ਲਿਆ ਕੇ ਗੁਰੂ ਦੀਆਂ ਸੰਗਤਾਂ ਦੇ ਰੂਬਰੂ ਕੀਤਾ ਹੈ। ਮੇਰਾ ਰੋਮ ਰਿਣੀ ਹੈ ਤੁਹਾਡੇ ਚੈਨਲ ਦਾ, ਤੁਹਾਡਾ ਤੇ ਤੁਹਾਡੀ ਟੀਮ ਦਾ। ਬੜੇ ਸਤਿਕਾਰ ਨਾਲ ਫਤਿਹ ਬਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਰ ਜੀ, ਸ਼ੁਰੂਆਤ ਕਰਾਂਗੇ ਅਸੀਂ ਤੁਹਾਡੇ ਜਿਹੜੇ ਮਹਾਕਾਵ ਆਏ ਨੇ। ਅਸੀਂ ਪਾਠਕਾਂ ਨੂੰ ਉਹਨਾਂ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਦੱਸੋ ਕਿ ਤੁਹਾਡੇ ਕਿੰਨੇ ਮਹਾਕਾਵ ਆ ਚੁੱਕੇ ਨੇ ਔਰ ਕਿੰਨੇ ਛਪਾਈ ਅਧੀਨ ਨੇ। ਬੀਬਾ ਜੀ, ਪਹਿਲਾਂ ਤੇ ਮਹਾਕਾਵ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਮੈਂ ਬੜਾ ਧੰਨਵਾਦੀ ਹਾਂ, ਕਿਉਂਕਿ ਮਹਾਕਾਵ ਬਾਰੇ ਬਹੁਤ ਲੋਕਾਂ ਨੂੰ, ਅੱਜ ਦੇ ਲੋਕਾਂ ਨੂੰ, ਸਾਡੀ ਪਹਿਲੀ ਪੀੜ੍ਹੀ ਨੂੰ, ਜਿਹੜੀ ਸਾਡੇ ਤੋਂ ਪਹਿਲਾਂ, ਉਹਨਾਂ ਨੂੰ ਤੇ ਮਹਾਕਾਵ ਦਾ ਪਤਾ ਹੈ, ਪਰ ਅਜੋਕੀ ਪੀੜ੍ਹੀ ਨੌਜਵਾਨਾਂ ਨੂੰ ਮਹਾਕਾਵ ਬਾਰੇ ਬਹੁਤ ਘੱਟ ਪਤਾ ਹੈ। ਬਿਲਕੁਲ। ਮਹਾਕਾਵ ਇੱਕ ਹੀ ਪਰਸਨੈਲਿਟੀ ਦੀ, ਇੱਕੋ ਹੀ ਪਰਸਨੈਲਿਟੀ ਦੀ ਸਾਰੀ ਜੀਵਨ ਗਾਥਾ ਹੁੰਦੀ ਹੈ ਜੀ, ਔਰ ਜਿਸ ਵਿੱਚ ਉਹਦੇ ਸਾਰੇ ਇਤਿਹਾਸਿਕ ਪੱਖ, ਤੱਥ, ਬਹਾਦਰੀਆਂ, ਦਿਲਦਾਰੀਆਂ, ਕਾਰਜ, ਇਤਿਹਾਸਿਕ ਸਾਰਾ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਉਸ ਕਿਤਾਬ ਵਿੱਚ ਹੁੰਦੀਆਂ। ਉਹਨੂੰ ਮਹਾਕਾਵ ਕਿਹਾ ਜਾਂਦਾ। ਇਹਦੀ ਵੱਖ-ਵੱਖ ਪਰਿਭਾਸ਼ਾ ਦਿੱਤੀਆਂ ਗਈਆਂ ਨੇ, ਪਰ ਅੱਜ ਕੱਲ੍ਹ ਕਿਉਂਕਿ ਮਹਾਕਾਵ ਬਹੁਤ ਘੱਟ ਲਿਖੇ ਜਾ ਰਹੇ ਨੇ, ਨਜ਼ਰ ਨਹੀਂ ਆਉਂਦਾ, ਦੂਰ ਤੱਕ ਨਜ਼ਰ ਮਾਰੀਏ ਤਾਂ ਵੀ ਕੋਈ ਮਹਾਕਾਵ ਲਿਖਣ ਵਾਲਾ ਨਹੀਂ ਹੈ। ਕੋਈ ਇੱਕ ਅੱਧਾ ਲਿਖਿਆ ਹੋਇਆ, ਲੇਕਿਨ ਕਿਸੇ ਨੇ 6 ਨਹੀਂ ਲਿਖੇ। ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਇਸ ਨਿਮਰ ਨਿਮਾਣੇ ਤੇ ਕਿ ਉਹਨਾਂ ਨੇ ਇਹ ਕਿਰਪਾ ਕੀਤੀ ਤੇ ਦਾਸ ਦੁਨੀਆ ਦਾ ਪਹਿਲਾ ਨੰਬਰ 1 ਮਹਾਕਾਵਕਾਰ ਜਿਹੜਾ ਹੈ ਉਹ ਵਿਚਰ ਰਿਹਾ ਹੈ। ਪੂਰੀ ਸੰਗਤਾਂ ਦਾ, ਪੂਰੇ ਸਿੱਖ ਜਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਮਾਨ ਸਨਮਾਨ ਦਿੱਤੇ ਹਨ। ਜਿੱਥੋਂ ਤੱਕ ਬੀਬਾ ਜੀ ਕਿੰਨੇ ਮਹਾਕਾਵ ਲਿਖੇ ਹਨ, ਉਹਨਾਂ ਦਾ ਮੈਂ ਤੁਹਾਨੂੰ ਦਰਸ਼ਨ ਵੀ ਕਰਵਾ ਦਿੰਦਾ। ਜ਼ਰੂਰ। ਦਾਸ ਨੇ ਹੁਣ ਤੱਕ 9 ਕਿਤਾਬਾਂ ਜਿਹੜੀਆਂ ਲਿਖੀਆਂ ਹਨ ਜੀ, ਤੇ ਪਹਿਲਾ ਮਹਾਕਾਵ ਹੈ ਫਤਿਹ ਸਰਹੰਦ, ਦਰਸ਼ਨ ਕਰੋ। ਸਰਹੰਦ, ਠੀਕ ਹੈ ਜੀ, ਬਹੁਤ ਖੂਬ। ਦੂਸਰਾ ਮਹਾਕਾਵ ਹੈ ਬੀਬਾ ਜੀ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਜੀ। ਸ਼ਹਿਨਸ਼ਾਹ ਇਹ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਛਾਪਿਆ ਜੀ, ਤੇ ਇਹਦੀ ਬਹੁਤ ਡਿਮਾਂਡ ਹੈ। ਇਹਦੀਆਂ 2 ਐਡੀਸ਼ਨਾਂ ਜਿਹੜੀਆਂ ਨੇ ਨਿਕਲ ਗਈਆਂ ਨੇ। ਇਹ ਸਾਡੇ ਮਾਨਯੋਗ ਸਰਦਾਰ ਸਾਹਿਬ ਧਮੀਜਾ ਸਾਹਿਬ, ਜੋ ਮਨੋਹਰ ਲਾਲ ਖੱਟਰ ਜੀ ਔਰ ਗੁਰਵਿੰਦਰ ਸਿੰਘ ਧਮੀਜਾ ਡਿਪਟੀ ਚੇਅਰਮੈਨ ਨੇ, ਉਹਨਾਂ ਨੇ ਕਾਫੀ ਇੰਟਰਸਟ ਲੈ ਕੇ ਇਹਨਾਂ ਨੂੰ ਛਪਾਇਆ ਤੇ ਰਿਲੀਜ਼ ਵੀ ਕੀਤਾ। ਮਤਲਬ ਸਰਕਾਰ ਦੇ ਨੁਮਾਇੰਦਿਆਂ ਦਾ ਮਹਾਕਾਵ ਭਾਈ ਕਨ੍ਹਈਆ ਸਾਹਿਬ, ਭਾਈ ਕਨ੍ਹਈਆ ਜੀ। ਜੀ, ਭਾਈ ਕਨ੍ਹਈਆ ਜੀ, ਇਹ ਵੀ ਮਹਾਕਾਵ ਹੈ ਜੀ। ਬਹੁਤ ਖੂਬ। ਮੇਰੇ ਖਿਆਲ ਕਿ ਦੁਨੀਆ 'ਚ ਪਹਿਲਾ ਮਹਾਕਾਵ ਭਾਈ ਕਨ੍ਹਈਆ ਸਾਹਿਬ ਜੀ ਬਾਰੇ ਲਿਖਿਆ ਗਿਆ। ਉਹ ਦਾਸ ਨੇ ਸੇਵਾ ਲਈ ਤੇ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਜੀ, ਜਿਹੜਾ 500 ਸਾਲਾਂ 550 ਸਾਲਾਂ ਤੇ ਇਹਨੂੰ ਰਿਲੀਜ਼ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ।
जी ਔਰ ਇਹਦੀ ਬੜੀ ਚਰਚਾ ਹੋਈ ਸੀ, ਇਹਦੇ ਉੱਤੇ ਦਾਸ ਨੂੰ ਬਹੁਤ ਸਤਿਕਾਰ ਮਿਲਿਆ। बहुत ਹੁਣ ਜਿਹੜਾ ਚੱਲ ਰਿਹਾ ਜੀ ਇਹ ਪੰਜਵਾਂ ਜੀ ਤੇਗ ਬਹਾਦਰ ਸਿਮਰਿਆ जी बहुत ਇਹ ਵੀ ਹਰਿਆਣਾ ਗਵਰਨਮੈਂਟ ਨੇ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ जी ਇਹਨੂੰ ਇਹ ਸ਼ਤਾਬਦੀ ਤੇ ਛਾਪਿਆ ਸੀ ਜੀ। ਤੇ ਇਹਦਾ ਅਵਾਰਡ ਜਿਹੜਾ ਜੀ ਸ਼ਤਾਬਦੀ ਅਵਾਰਡ ਦਾਸ ਨੂੰ ਮਿਲਿਆ ਹੈ। ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਤੇ ਸ਼ਤਾਬਦੀ ਅਵਾਰਡ ਦੇ ਵੀ ਦਰਸ਼ਨ ਕਰਾ ਰਹੇ ਹਾਂ ਜੀ ਤੁਹਾਨੂੰ। बिल्कुल ਬੀਬਾ ਜੀ ਦੇਖੋ ਸ਼ਤਾਬਦੀ ਅਵਾਰਡ, शताब्दी सम्मान बहुत ਇਹ ਤੁਹਾਨੂੰ ਕਿੱਥੇ ਸਨਮਾਨ ਮਿਲਿਆ ਸੀਗਾ, ਕਿਹੜੀ ਜਥੇਬੰਦੀ, ਕਿਹੜੇ ਸ਼ਹਿਰ ਚ? ਇਹ ਬਾਬਾ ਬਕਾਲਾ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਹਿਤ ਸਭਾ ਜੰਡਿਆਲਾ ਗੁਰੂ ਔਰ ਸਾਹਿਤ ਸਭਾ ਬਾਬਾ ਬਕਾਲਾ ਤਿੰਨਾਂ ਨੇ ਮਿਲ ਕੇ ਇਹਨੂੰ ਦਿੱਤਾ ਜੀ। ਥੱਲੇ ਉਹਨਾਂ ਦੇ ਨਾਮ ਲਿਖੇ ਸਾਰੇ। ਬਿਲਕੁਲ ਬਹੁਤ ਠੀਕ ਹੈ ਜੀ। ਇਹ ਸਾਹਿਤ ਸਭਾ ਜੰਡਿਆਲਾ ਗੁਰੂ, ਇਹਨਾਂ ਦੇ ਪ੍ਰਧਾਨ ਨੇ ਸ਼ੁਕਰਗੁਜ਼ਾਰ ਜੀ। ਸਾਹਿਤ ਸਭਾ ਬਾਬਾ ਬਕਾਲਾ ਜੀ ਨਾਲ ਸ਼ਲੰਦਰਜੀਤ ਸਿੰਘ ਰਾਜਨ ਜੀ। ਬਿਲकुल ਹਾਂਜੀ ਰਾਜਨ ਜੀ। ਔਰ ਇਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਬਾ ਬਕਾਲਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਜੀ ਸ਼ਮੂਲੀਅਤ ਕੀਤੀ ਹੈ ਜੀ ਉਹਨਾਂ ਨੇ। ਔਰ ਪਰਿਵਾਰ ਨੂੰ ਬੁਲਾ ਕੇ, ਮੇਰੇ ਮਿਸਿਸ ਨੂੰ ਵੀ ਨਾਲ ਬੁਲਾ ਕੇ ਉਹਨਾਂ ਨੇ ਕਿਹਾ ਜੀ ਉਹਨਾਂ ਦਾ ਵੀ ਇੰਨੇ ਸਤਿਕਾਰ ਕਰਾਂਗੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਸਾਹਿਤ ਸਭਾਵਾਂ ਦਾ, ਸਰਦਾਰ ਸ਼ੁਕਰਗੁਜ਼ਾਰ ਜੀ ਦਾ, ਰਾਜਨ ਜੀ ਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਕਾਲਾ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਅਹੁਦੇਦਾਰ ਉਸ ਦਿਨ ਉੱਥੇ ਹਾਜ਼ਰ ਹੋਏ ਸਨ। ਤੇ ਨਿਮਰ ਜੀ ਤੁਸੀਂ ਹੁਣ ਆਪਾਂ ਸ਼ੁਰੂਆਤ ਕਰੀਏ ਥੋੜੀ ਕੁਝ ਤੁਹਾਡੀਆਂ ਸਤਰਾਂ ਨਾਲ। ਮਹਾਕਾਵ ਤੇ ਕਿਸੇ ਵੀ ਕੁਝ ਸਤਰਾਂ ਸਰੋਤਿਆਂ ਨੂੰ ਪੇਸ਼ ਕਰੋ, ਸਰੋਤੇ ਸੁਣਨਾ ਚਾਹੁੰਦੇ ਤੁਹਾਡੇ। ਮਹਾਕਾਵ ਬੀਬਾ ਜੀ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਔਰ ਇੱਕ ਇੱਕ ਪੇਜ ਇਹਦਾ ਜਿਹੜਾ ਹੈ ਉਹ ਮਤਲਬ ਸੁਣਨ ਦੇ ਕਾਬਿਲ ਹੁੰਦਾ। ਚਲੋ ਮੈਂ ਤੁਹਾਨੂੰ ਪਾਤਸ਼ਾਹ ਦੇ ਜਿਹੜਾ ਪ੍ਰਕਾਸ਼ ਪੁਰਬ ਹੋਇਆ ਸੀ ਉਹ ਲਾਈਨਾਂ ਤੁਹਾਨੂੰ ਸੁਣਾ ਦਿੰਨਾ ਜੀ। ਗੁਰੂ ਮਹਿਲੀ ਹੋਇਆ ਚਾਨਣਾ, ਰੂਪ ਰੱਬ ਦਾ ਗੁਰਾਂ ਦੇ ਘਰ ਆਇਆ, ਮੁਖੜਾ ਨੂਰਾਨੀ ਬਾਲਦਾ, ਛੇਵੇਂ ਪਾਤਸ਼ਾਹ ਨੇ ਸੀਸ ਨਵਾਇਆ, ਗੁਰੂ ਮਹਿਲੀ ਹੋਇਆ ਚਾਨਣਾ। ਸਟੈਂਜਾ ਜੀ ਕੋ ਸੁਣਾਵਾਂਗਾ ਜੀ। ਗੁਰੂ ਜੀ ਦੇ ਮਹਿਲਾਂ ਵਿੱਚ ਖੇੜਾ ਖੇੜਾ ਛਾਇਆ ਏ, ਮਾਤਾ ਨਾਨਕੀ ਦੀ ਗੋਦੀ ਚੰਨ ਚੜ ਆਇਆ, ਚੰਦਾ ਸੂਰਜਾਂ ਦੇ ਵਾਂਗੂ ਪੈਂਦੇ ਚਮਕਾਰੇ ਅੱਜ, ਚੰਦਾ ਸੂਰਜਾਂ ਦੇ ਵਾਂਗੂ ਪੈਂਦੇ ਚਮਕਾਰੇ ਅੱਜ, ਮੁਖੜੇ ਤੇ ਨੂਰ ਸਵਾਇਆ, ਮੁਖੜਾ ਨੂਰਾਨੀ ਬਾਲਦਾ, ਛੇਵੇਂ ਪਾਤਸ਼ਾਹ ਨੇ ਸੀਸ ਨਵਾਇਆ, ਗੁਰੂ ਮਹਿਲੀ ਹੋਇਆ ਚਾਨਣਾ। ਬਹੁਤ ਖੂਬ ਨਿਮਰ ਜੀ। ਹਾਂਜੀ ਮੈਂ ਨਿਮਰ ਇਹ ਜਾਨਣਾ ਚਾਹੁੰਦੀ ਹਾਂ, ਜਿੱਦਾਂ ਤੁਸੀਂ ਇਹ ਲਿਖਿਆ ਅੱਜ ਕੱਲ ਦੀ ਪੀੜ੍ਹੀ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕਹੀ ਹੈ ਮਹਾਕਾਵ ਲਿਖਣ ਤੋਂ ਬਹੁਤ ਪਰਾਂ ਹੈ, ਤੁਹਾਨੂੰ ਨਹੀਂ ਲੱਗਦਾ ਸਾਨੂੰ ਇਸ ਆਉਣ ਵਾਲੀ ਪੀੜ੍ਹੀ ਨੂੰ ਆਵਾਜ਼ ਤੁਹਾਡੀ ਬੀਬਾ ਜੀ ਬੜੀ ਕੱਟ ਕੇ ਆ ਰਹੀ ਹੈ, ਮੈਨੂੰ ਸਮਝ ਨਹੀਂ ਆਉਂਦੀ। ਠੀਕ ਹੈ, ਮੈਂ ਜਾਨਣਾ ਚਾਹੁੰਦੀ ਹਾਂ ਕਿ ਸਾਨੂੰ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਸਾਨੂੰ ਉਹਨਾਂ ਨੂੰ ਮੈਸੇਜ ਨਹੀਂ ਕਨਵੇ ਕਰਨਾ ਚਾਹੀਦਾ ਕਿ ਉਹਨਾਂ ਨੂੰ ਇਸ ਦੇ ਉੱਤੇ ਨਹੀਂ ਲਿਆਉਣਾ ਚਾਹੀਦਾ ਕਿ ਉਹ ਵੀ ਮਹਾਕਾਵ ਅੱਗੋਂ ਲਿਖਣ, ਇਹ ਰੀਤ ਖਤਮ ਨਾ ਹੋਵੇ। ਹਾਂ ਮੈਂ ਤੇ ਇਹੋ ਕਹਾਂਗਾ, ਮੈਂ ਤੇ ਇਸ ਟਾਈਮ ਬੀਬਾ ਜੀ ਆਪਣੀ ਲਾਈਫ ਇੱਧਰ ਲਾਈ ਹੈ ਨੌਜਵਾਨ ਬੱਚਿਆਂ ਨੂੰ, ਉੱਭਰਦੇ ਕਵੀਆਂ ਵਾਸਤੇ। ਉਹਨਾਂ ਨੂੰ ਮੈਂ ਇਹੋ ਸੁਜੈਸਟ ਕਰਦਾ
ਭਾਈ ਮਹਾਂਕਾਲ ਸਾਡੇ ਸੱਭਿਆਚਾਰ ਦਾ, ਸਾਡੇ ਸਿੱਖੀਜ਼ਮ ਦਾ, ਸਾਡੇ ਧਰਮ ਦਾ ਇੱਕ ਬਹੁਤ ਵੱਡਾ ਅੰਗ ਰਿਹਾ ਹੈ। ਭਾਈ ਵੀਰ ਸਿੰਘ ਹੋਣਾ ਲਿਖੇ ਨੇ, ਭਾਈ ਸੰਤੋਖ ਸਿੰਘ ਹੋਣਾ ਲਿਖੇ ਨੇ, ਔਰ ਨਨਕਾਇਣ ਲਿਖੀ ਸੀ ਦਰਦੀ ਸਾਹਿਬ ਨੇ, ਰਾਮ ਨਾਰਾਇਣ ਦਰਦੀ ਸਾਹਿਬ ਨੇ। ਉਸ ਤੋਂ ਬਾਅਦ ਪਹਿਲਾਂ ਲੂਣਾ ਲਿਖੀ ਗਈ। ਪਰ ਗੱਲ ਇਸ ਤਰ੍ਹਾਂ ਕਿ ਹੁਣ ਇੱਧਰ ਖਿਆਲ ਬੜਾ ਘਟ ਗਿਆ, ਜਿਹੜਾ ਸਾਡੇ ਸਾਹਿਤ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਮੈਂ ਕਹਿੰਦਾ ਬੱਚੇ ਹਿੰਮਤ ਨਾਲ ਅੱਗੇ ਆਉਣ, ਅਸੀਂ ਉਹਨਾਂ ਨੂੰ ਦੱਸਾਂਗੇ, ਅਸੀਂ ਗਾਈਡ ਕਰਾਂਗੇ, ਉਹ ਲਿਖਣਾ ਵੀ ਸਿਖਾਵਾਂਗੇ, ਪਰ ਹਿੰਮਤ ਤੇ ਕਰਨ। ਜੇ ਹਿੰਮਤ ਕਰਨਗੇ ਮੇਰੀ ਤੇ ਅਰਦਾਸ ਹੈ ਪਾਤਸ਼ਾਹ ਅੱਗੇ ਕਿ ਇਹਨਾਂ ਬੱਚਿਆਂ ਵਿੱਚ ਕੋਈ ਇਹੋ ਜਿਹੀ ਲਹਿਰ ਆ ਜਾਏ। ਜੀ ਮੈਂ ਜਾਨਣਾ ਕੀ ਤੁਹਾਡੇ ਨਾਲ ਕੋਈ ਨੌਜਵਾਨ ਪੀੜ੍ਹੀ ਜੁੜੀ ਹੋਈ ਹੈ ਜਿਹੜੇ ਤੁਹਾਡੇ ਤੋਂ ਗਾਈਡੈਂਸ ਲੈਂਦੇ ਹੋਣ ਔਰ ਜਿਨ੍ਹਾਂ ਨੂੰ ਤੁਸੀਂ ਸਲਾਹ ਮਸ਼ਵਰਾ ਦਿੰਦੇ ਹੋ ਕਿ ਮਹਾਕਾਵ ਕਿਸ ਤਰ੍ਹਾਂ ਰਚਨਾ ਕਰਨੀ ਹੈ, ਕਿਸ ਤਰ੍ਹਾਂ ਕਵਿਤਾਵਾਂ ਲਿਖਣੀਆਂ? ਹਾਂ ਬੀਬਾ ਜੀ, ਦਮਦਮਾ ਸਾਹਿਬ, ਤਖਤ ਸਾਹਿਬ ਉੱਤੇ 2-3 ਵਾਰ ਅਸੀਂ ਕਲਾਸਾਂ ਲਾਈਆਂ ਨੇ, ਜਿਹਦੇ ਵਿੱਚ ਹਰੀਕ ਤੇ ਦਾਸ ਤੇ ਹੋਰ ਵੀ ਚੰਗੇ ਬਹੁਤ ਅੱਛੇ ਜਿਹੜੇ ਰਾਈਟਰ ਨੇ ਉਹ ਉੱਥੇ ਆਏ ਸਨ, ਔਰ ਉਹਨਾਂ ਨੇ ਕਲਾਸਾਂ ਲਾਈਆਂ, ਬੱਚਿਆਂ ਨੂੰ ਗਾਈਡ ਕੀਤਾ ਕਵਿਤਾ ਕਿਸ ਤਰ੍ਹਾਂ ਲਿਖੀ ਜਾਂਦੀ, ਕਵਿਤਾ ਕਿਸ ਤਰ੍ਹਾਂ ਲਿਖੀ ਜਾਂਦੀ, ਕਵਿਤਾ ਕਿਸ ਤਰ੍ਹਾਂ ਲਿਖ ਸਕਦੇ ਆਪਾਂ। ਔਰ ਸਾਡੇ ਕੋਲ ਤਕਰੀਬਨ 300 ਦੇ ਲਗਭਗ ਬੱਚੇ ਇਸ ਟਾਈਮ ਜਿਹੜੇ ਆਲ ਇੰਡੀਆ ਵਿੱਚ ਨੇ, ਉਹ ਆਪਣੀ ਕਲਮ ਦੇ ਅਜਮਾਇਸ਼ ਕਰ ਰਹੇ ਨੇ, ਉਹਨਾਂ ਨੇ ਰਿਜ਼ਲਟ ਬਹੁਤ ਅੱਛੇ ਦਿੱਤੇ ਨੇ। ਤੇ ਇੱਧਰ ਵੀ ਅਸੀਂ ਹੋਰ ਕੋਸ਼ਿਸ਼ ਕਰਾਂਗੇ, ਜਿਹੜਾ ਬੱਚਾ ਸਾਡੇ ਕੋਲ ਆਉਂਦਾ ਹੈ ਉਹਨੂੰ ਅਸੀਂ ਪੂਰਾ ਗਾਈਡ ਕਰਦੇ ਹਾਂ ਔਰ ਦਿਲ ਜਾਨ ਨਾਲ ਨੂੰ ਸਾਰਾ ਜਿਹੜਾ ਵਾ ਉਸ ਬਾਰੇ ਦੱਸਦੇ ਹਾਂ, ਕਵਿਤਾ ਬਾਰੇ। ਬਹੁਤ ਵਧੀਆ ਸਰ। ਕੋਈ ਐਸਾ ਰਚਨਾਵਾਂ ਤੁਸੀਂ ਲਿਖੀਆਂ ਜਾਂ ਕਵਿਤਾਵਾਂ ਜਿਹਦੇ ਨਾਲ ਤੁਹਾਨੂੰ ਮਨ ਨੂੰ ਤੜਪ ਉੱਠੀ ਹੋਵੇ ਜਾਂ ਮਨ ਨੂੰ ਦਿੱਤਾ ਗਿਆ ਹੋਵੇ, ਤਾਂ ਤੁਸੀਂ ਉਹ ਕਵਿਤਾ ਜਾਂ ਕੋਈ ਰਚਨਾ ਲਿਖੀ ਹੋਵੇ, ਇਸ ਤਰ੍ਹਾਂ ਦੀ ਕੋਈ ਰਚਨਾ ਜਿਹਦੇ ਨਾਲ ਤੜਪ ਪੈਦਾ ਹੁੰਦੀ ਹੋਵੇ? ਕਵਿਤਾ ਦੇ ਵਿੱਚ ਤੇ ਇਹ ਚੀਜ਼ਾਂ ਬਹੁਤ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਲਿਖੀ ਸੀ ਸਰਬਰੰਗ। ਸਰਬਰੰਗ ਦੇ ਵਿੱਚ ਜਿਹੜੀ ਪਹਿਲੀ ਮੇਰੀ ਕਿਤਾਬ ਸੀ, ਉਹਦੇ ਵਿੱਚ ਲਿਖਿਆ ਮਨ ਨੂੰ ਤੜਪ ਪੈਣ ਵਾਲੀ ਗੱਲ ਤੁਹਾਨੂੰ ਦੱਸਦਾ ਕਿ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਗੱਲ ਜਿਹੜੀ ਆ ਉਹਦੇ ਵਿੱਚ, ਜਾਂ ਅੱਜ ਦੀ ਅਸੀਂ ਕਾਰਗਿਲ ਦੀ ਗੱਲ ਕਰੀਏ ਤੇ ਉਹਦੇ ਵਿੱਚ ਇੱਕ ਫੌਜੀ ਦੀ ਵਾਈਫ ਉਹਦੀ ਦਿਲਦਾਰੀ ਦੱਸੀ ਹੈ ਤੇ ਵੀ ਉਹ ਕਿਸ ਤਰ੍ਹਾਂ ਕਹਿੰਦੀ ਆ ਕਿ ਤੁਸੀਂ ਇਸ ਮਹੀਨੇ 'ਚ ਤੁਸੀਂ ਸਾਡੇ ਘਰ ਆਓ, ਤੁਸੀਂ ਸਾਡਾ ਖਿਆਲ ਕਰੋ। तो बड़े मन की तड़प है, लेकिन एक बने देश प्यार, एक बने देश है। तो फिर आखिरी गल इको गल कहती है भी सानू तुसी भुल जाओ ते जाओ पहला दुश्मनां नाल जिहड़ा लोहा लाओ। ते ओह मैं तुहानू लास्ट ਜਿਹੜੀ ਵੇਦਨ ਦੱਸ ਦਾਂਗਾ। ਇਹ ਆਪਣੇ ਸੱਭਿਆਚਾਰਕ ਸਾਡਾ ਖਿਆਲ ਕਰੀ ਕਾਰਗਿਲ ਵਾਸੀਆ ਵੇ ਨਿਤ ਨਾ ਤੂੰ ਲਾਰੇ ਲੱਪੇਲਾ ਬਿਹਾਣੀਆਂ ਸਾਉਣ ਦੇ ਮਹੀਨੇ ਜਾਵੀਆਂ। ਕਈ ਵਾਰ ਮੈਂ ਉੱਥੇ ਬੀਬੀਆਂ ਨੂੰ ਰੋਂਦਿਆਂ ਦੇਖਿਆ ਸੀ ਜਦੋਂ ਮੈਂ ਟੈਗੋਰ ਥੀਏਟਰ ਨੂੰ ਪੜ੍ਹਿਆ। ਉਹ ਕੀ ਕਹਿੰਦਾ, ਹੋਈ ਨਾ ਉਦਾਸ ਮੇਰੇ ਸਾਹਾਂ ਤੋਂ ਪਿਆਰੀਏ, ਥੋੜੇ ਦਿਨ ਹੋਰ ਤੂੰ ਲੰਘਾ ਨੀ ਸੋਹਣੀਏ, ਸਾਨੂੰ ਵੀ ਤੇ ਮਿਲਣੇ ਦਾ ਚਾਅ। ਕੀ ਕਹਿੰਦੀ ਆ, ਪਿਛਲੀ ਵਿਸਾਖੀ ਦਾ ਕਰੋਗੇ ਹਾਣੀਆਂ ਵੇ, ਆਉਣ ਵਾਲੀ ਦੂਸਰੀ ਵਿਸਾਖੀ। ਇਸ ਤਰ੍ਹਾਂ ਹੀ ਹੁੰਦਾ ਸਾਡੇ ਪਰਿਵਾਰਾਂ 'ਚ। ਛੋਟੇ ਛੋਟੇ ਬਾਲ ਤੇਰਾ ਰਸਤਾ ਉਡੀਕਦੇ ਨੇ, ਹੁੰਦੀ ਨਹੀਂ ਉਹ ਫਸਲਾਂ ਦੀ ਰਾਖੀ। ਤੂੰ ਤੇ ਵਾਵਾ ਬਾਰਡਰਾਂ ਤੇ ਐਸ਼ ਕਰੇ ਮੱਖਣਾ, ਤੂੰ ਤੇ ਵਾਵਾ ਦੋਨਾਂ ਦੀਆਂ ਗੱਲਾਂ ਨੇ। ਤੂੰ ਤੇ ਵਾਵਾ ਬਾਰਡਰਾਂ ਤੇ ਐਸ਼ ਕਰੇ ਮੱਖਣਾ, ਡੱਬਾ ਵਾਲੀ ਵਰਦੀ ਨੂੰ ਪਾ ਦੇ ਸੋਹਣਿਆ, ਸਾਉਣ ਦੇ ਮਹੀਨੇ ਜਾਵੀਆਂ। ਕਿਉਂਕਿ ਗੀਤ ਲੰਬਾ ਹੈ, ਲਾਸਟ ਵਿੱਚ ਹੀ ਫੈਸਲਾ ਹੁੰਦਾ। ਹੁਣੇ ਹੁਣੇ ਵੈਰੀਆਂ ਨੇ ਸੁਣ ਸਹਿਬਾ ਮੇਰੀਏ ਨੀ,
ਸਾਡੇ ਉੱਤੇ ਕੀਤੀ ਏ ਚੜਾਈ। ਮੋੜਨੀ ਏ ਭਾਜੀ ਅਸੀਂ ਭੁੰਨਣੇ ਨੇ ਵੈਰੀ, ਅੱਜ ਆਰ ਪਾਰ ਹੋਏਗੀ ਲੜਾਈ। ਕਾਰਗਿਲ ਜਿੱਤ ਕੇ ਮੈਂ ਲੰਮੀ ਛੁੱਟੀ ਆਵਾਂਗਾ, ਕਾਰਗਿਲ ਹੋ ਕਾਰਗਿਲ ਜਿੱਤ ਕੇ ਮੈਂ ਲੰਬੀ ਛੁੱਟੀ ਆਵਾਂਗਾ। ਸ਼ਿਕਵੇ ਤੂੰ ਲੰਮੀ ਸਾਰੇ ਲਾ ਨੀ ਬੱਲੀਏ, ਮੈਨੂੰ ਤੇ ਮਿਲਣੇ ਦਾ ਚਾਅ। ਐ ਤਾੜੀਆਂ ਨਾ ਹਾਲ ਇੰਨਾ ਗੁੰਜੇ, ਲੋ ਲਾਈਨਾਂ ਸੁਣਾਉਣ ਲੱਗਾ। ਇਹੋ ਜਿਹੀ ਗੱਲ ਹੈ ਤਾਂ ਭੁੱਲ ਜਾ ਜਵਾਨਾ, ਸਾਨੂੰ ਵੈਰੀਆਂ ਦੇ ਛੱਕੇ ਤੂੰ ਛੁਡਾ ਦੇ। ਕਹਿੰਦੀ ਕੋਈ ਗੱਲ ਨਹੀਂ ਫਿਰ, ਇਹੋ ਜਿਹੀ ਗੱਲ ਹੈ ਤਾਂ ਭੁੱਲ ਜਾ ਜਵਾਨਾ, ਸਾਨੂੰ ਵੈਰੀਆਂ ਦੇ ਛੱਕੇ ਤੂੰ ਛੁਡਾ ਦੇ। ਮੁੜ ਕੇ ਨਾ ਪੈਰ ਪਾਉਣ ਸਾਡੇ ਬਾਰਡਰਾਂ ਦੇ ਉੱਤੇ, ਨਲੂਏ ਦੀ ਯਾਦ ਕਰਾ ਦੇ। ਮੁੜ ਕੇ ਨਾ ਪੈਰ ਪਾਉਣ ਸਾਡੇ ਬਾਰਡਰਾਂ ਦੇ ਉੱਤੇ, ਨਲੂਏ ਦੀ ਯਾਦ ਕਰਾ ਦੇ। ਸ਼ਾਲਾ ਜੰਗ ਜਿੱਤ ਕੇ ਤੂੰ ਆਵੇਂ ਸ਼ੇਰ ਬੱਗਿਆ, ਸ਼ਾਲਾ ਜੰਗ ਸ਼ਾਲਾ ਜੰਗ ਜਿੱਤ ਕੇ ਤੂੰ ਆਵੇਂ ਸ਼ੇਰ ਬੱਗਿਆ। ਦੇਵੇ ਲੱਖ ਨਿਮਰ ਦੁਆ ਵਿਹਾਣੀਆਂ, ਦੇਵੇ ਲੱਖ ਨਿਮਰ ਦੁਆ, ਦੇਵੇ ਲੱਖ ਨਿਮਰ। ਬਹੁਤ ਬਹੁਤ ਖੂਬ ਨਿਮਰ ਜੀ, ਬਹੁਤ ਖੂਬ। ਮੈਂ ਵੀ ਇਹਨੂੰ ਬੜੀ ਮੁਸ਼ਕਲ ਪੜਿਆ ਸੀ, ਕਿਉਂਕਿ ਮੈਂ ਵੀ, ਮੇਰੇ ਲਾਗੇ ਵੀ ਕੁਝ ਫੌਜੀ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਦੀ ਵੇਦਨਾ ਮੈਂ ਦੇਖੀ ਜੀ। ਮੈਂ ਇੱਥੇ ਇੱਕ ਤੁਹਾਡੀ ਇਹੋ ਜਿਹੇ ਗੀਤ ਪੰਜਾਬ ਦੇ ਸੱਭਿਆਚਾਰ ਵਿੱਚ ਅਲੋਪ ਹੋ ਰਹੇ ਜੀ। ਬਿਲਕੁਲ ਬਿਲਕੁਲ। ਮੈਂ ਇੱਥੇ ਤੁਹਾਡੇ ਕੋਲ ਇੱਕ ਸਵਾਲ ਰੱਖਣਾ ਚਾਹੁੰਦੀ ਹਾਂ। ਜਿਸ ਤਰ੍ਹਾਂ ਤੁਸੀਂ ਫੌਜੀਆਂ ਦੀ ਜ਼ਿੰਦਗੀ ਉੱਤੇ, ਉਹਨਾਂ ਦੇ ਪਰਿਵਾਰ ਦੇ, ਉਹਨਾਂ ਦੇ ਅਹਿਸਾਸ, ਉਹਨਾਂ ਦੀ ਸੋਚ ਦਰਸਾਈ ਹੈ ਆਪਣੇ ਗੀਤ ਵਿੱਚ, ਆਪਣੀ ਕਵਿਤਾ ਦੇ ਵਿੱਚ, ਕਿ ਅੱਜ ਦੇ ਜੋ ਹਾਲਾਤ ਨੂੰ ਲੈ ਕੇ ਜੋ ਸਾਡੀ ਸੈਂਟਰ ਸਰਕਾਰ ਨੇ ਮੁੱਦਾ ਚੁੱਕਿਆ ਹੈ ਅਗਨੀ ਦਾ, ਜਿਹੜਾ ਫੌਜੀਆਂ ਦੀ ਨਵੀਂ ਭਰਤੀ ਦੇ ਉੱਤੇ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਕਿ ਉਹ ਸਹੀ ਹੋ ਰਿਹਾ ਹੈ ਸਾਡੇ ਨਾਲ, ਜਿਹੜੇ ਸਾਡੇ ਬੱਚੇ ਜਾਣਾ ਚਾਹੁੰਦੇ, ਜਾਂ ਉਹਨਾਂ ਦਾ ਸੈਂਟਰ ਸਰਕਾਰ ਦਾ ਜੋ ਫੈਸਲਾ ਉਹ ਸਹੀ ਹੈ ਜਾਂ ਗਲਤ ਹੈ? ਤੁਹਾਡੀ ਕੀ ਸੋਚ ਹੈ ਉਸ ਬਾਰੇ? ਮੈਂ ਤਾਂ ਬੀਬਾ ਜੀ, ਕਿਉਂਕਿ ਇਹ ਰਾਜਾਂ ਦੇ ਸਰਕਾਰਾਂ ਦੇ, ਸੈਂਟਰਲ ਸਰਕਾਰਾਂ ਦੇ ਹੁਕਮ ਤੇ ਉਹਨਾਂ ਦੇ ਫੈਸਲੇ ਹੁੰਦੇ ਨੇ, ਪਰ ਜਿਹੜੇ ਫੈਸਲੇ ਲੋਕ ਆਵਾਜ਼ ਨਾਲ ਲਾਏ ਜਾਣ ਉਹ ਮੇਰਾ ਖਿਆਲ ਕਿ ਚੰਗੇ ਹੁੰਦੇ ਨੇ। ਇਹਦੇ ਵਿੱਚ ਰਾਏ ਬਣਾਉਣੀ ਚਾਹੀਦੀ ਹੈ। ਜੇ ਰਾਏ ਸਟੇਟਾਂ ਦੀ ਬਣ ਜਾਵੇ, ਨੌਜਵਾਨਾਂ ਨੂੰ ਪੁੱਛ ਕੇ ਇੰਟਰਵਿਊ ਕਰਨੀ ਚਾਹੀਦੀ ਹੈ, ਉਹਨਾਂ ਨੂੰ ਅਗਰ ਇਹ ਚੀਜ਼ ਬੈਨੀਫਿਟ ਹੁੰਦਾ ਤੇ ਉਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ। ਤੇ ਜੇ ਉਹਨਾਂ ਨੂੰ ਬੈਨੀਫਿਟ ਨਹੀਂ ਹੁੰਦਾ, ਉਹਨਾਂ ਦਾ ਫਿਊਚਰ ਨਹੀਂ ਹੈ, ਬਾਅਦ ਵਿੱਚ ਕੀ ਹੋਏਗਾ? ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੌਜਵਾਨਾਂ ਨੂੰ ਸਮਝਾਈਆਂ ਜਾਣ ਤੇ ਫਿਰ ਇਹੋ ਜਿਹੇ ਫੈਸਲੇ, ਕਿਉਂਕਿ ਇਹ ਸੈਂਟਰ ਸਰਕਾਰਾਂ ਦੇ ਫੈਸਲੇ ਨੇ, ਇਸ ਬਾਰੇ ਇਹ ਤੇ ਪਾਰਲੀਮੈਂਟ ਜਾਂ ਸਟੇਟ ਗਵਰਨਮੈਂਟਸ ਵਗੈਰਾ ਜਿਹੜੀਆਂ ਨੇ ਕਰ ਸਕਦੀਆਂ ਨੇ। ਲੇਕਿਨ ਮੈਂ ਸੋਚਦਾ ਕਿ ਜੇ ਭਰਤੀ ਹੋਣੀ ਚਾਹੀਦੀ ਹੈ, ਫਿਰ ਲਾਈਫ ਵਾਲੀ ਜਿਹੜੀ ਪਹਿਲਾਂ ਚੱਲ ਰਹੀ ਉਹ ਭਰਤੀ ਹੋਣੀ ਚਾਹੀਦੀ ਹੈ। ਬੰਦਾ ਤਰੱਕੀ ਵੀ ਕਰੇ, ਬੰਦਾ ਕੁਝ ਦੇਸ਼ ਵਾਸਤੇ ਵੀ ਕਰੇ, ਕੁਝ ਬੱਚਿਆਂ ਵਾਸਤੇ ਵੀ ਕਰੇ, ਤੇ ਆਪਣੀ ਸੋਹਣੀ ਪੂਰੀ ਤਰ੍ਹਾਂ ਆਪਣੀ ਡਿਊਟੀ ਕਰਕੇ ਘਰ ਆਵੇ, ਤੇ ਉਹਦੇ ਵਿੱਚ ਇੱਕ ਹੋਰ ਰੰਗ ਹੁੰਦਾ। ਇਹ ਮੇਰਾ ਆਪਣਾ ਨਿੱਜੀ ਵਿਚਾਰ ਹੈ। ਬਾਕੀ ਸਰਕਾਰਾਂ ਨੂੰ ਅਸੀਂ ਕੋਈ ਗੱਲ ਨਹੀਂ ਕਹਿ ਸਕਦੇ, ਭਈ ਸਰਕਾਰਾਂ ਨੇ ਦੇਸ਼ ਚਲਾਉਣਾ ਹੁੰਦਾ। ਹਾਂਜੀ ਜੀ। ਇੱਕ ਤੁਹਾਡੇ ਵਾਸਤੇ ਸਵਾਲ ਆਇਆ ਦਰਸ਼ਕਾਂ ਵੱਲੋਂ ਕਿ ਜਿਹੜੇ ਤੁਹਾਡੇ ਮਹਾਕਾਵ ਨੇ ਇਹ ਕਿੱਥੋਂ ਲੈ ਸਕਦੇ ਨੇ, ਕਿੱਥੋਂ ਖਰੀਦ ਸਕਦੇ ਨੇ? ਇਹ ਬੇਟਾ ਜੀ, ਜਿਹੜਾ ਤੇ ਤੇਗ ਬਹਾਦਰ ਸਿਮਰਿਆ ਮਹਾਕਾਵ ਹੈ, ਮੇਰੇ ਕੋਲ ਤੇ ਫ੍ਰੀ ਹੈ। ਕੋਈ ਇੱਥੇ ਜਮਨਾ ਨਗਰ ਕੋਈ ਆ ਸਕਦਾ ਹੋਵੇ, ਤੇ ਜਿੰਨੀਆਂ ਕੁ ਬੁੱਕਸ ਮੈਨੂੰ ਸਰਕਾਰ ਨੇ ਦਿੱਤੀਆਂ ਨੇ ਸਾਰੀਆਂ ਫ੍ਰੀ ਨੇ, ਕੋਈ ਪੈਸਾ ਨਹੀਂ, ਭਾਵੇਂ 10 ਨੇ ਚਾਹੇ 12 ਨੇ, ਕੋਈ ਪੈਸਾ ਨਹੀਂ। ਇਹ ਤਾਂ ਸੇਵਾ ਮੇਰੇ ਪਰਿਵਾਰ ਵੱਲੋਂ। ਤੇ ਜੇ ਕਿਸੇ ਨੇ ਖਰੀਦਣਾ ਤੇ ਉਹ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ, ਬੜੀ ਮਸ਼ਹੂਰ ਆਫਿਸ ਹੈਗਾ ਹੈ, ਉਹਦੇ ਵਿੱਚ ਜਾ ਕੇ ਇਹ ਮਤਲਬ ਲੈ ਸਕਦੇ ਨੇ। ਇੱਕ ਇਹ ਮਹਾਕਾਵ ਤੇ ਇੱਕ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਮਹਾਕਾਵ। ਬਾਕੀ ਭਾਈ ਕਨਈਆ ਸਾਹਿਬ ਜਿਹੜਾ ਮਹਾਕਾਵ ਹੈ ਉਹ ਛਾਪਿਆ ਜੀ ਉਹਨਾਂ ਨੇ, ਮੈਂ ਦੱਸਦਾ ਤੁਹਾਨੂੰ, ਤਰਲੋਚਨ ਪਬਲੀਕੇਸ਼ਨ,
ਇਹ ਵੀ ਚੰਡੀਗੜ੍ਹ ਦੇ ਨੇ, ਉਹਨਾਂ ਕੋਲ ਲੈ ਸਕਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ ਵੀ ਉਹਨਾਂ ਨੇ ਛਾਪਿਆ, ਤੇ ਇਹ ਮਹਾਕਾਵ ਜਿਹੜੇ ਨੇ ਉਹਨਾਂ ਕੋਲ ਲੈ ਜਾ ਸਕਦੇ ਨੇ, ਈਜ਼ੀਲੀ ਮਿਲ ਜਾਂਦੇ ਨੇ, ਕੋਈ ਪ੍ਰੋਬਲਮ ਨਹੀਂ। ਲੇਕਿਨ ਮੇਰੇ ਕੋਲ 10-20-50 ਜਿੰਨੀਆਂ ਕਿਤਾਬਾਂ ਪਈਆਂ ਨੇ, ਕੋਈ ਆ ਸਕਦਾ ਲਿਜਾ ਸਕਦਾ ਤੇ ਹੱਥ ਜੋੜ ਕੇ ਪ੍ਰਸ਼ਾਦ ਤਰ੍ਹਾਂ ਲੈ ਜਾਓ। ਠੀਕ ਹੈ। ਹੁਣ ਕੋਈ ਇਸ ਤਰ੍ਹਾਂ ਦੀ ਕਵਿਤਾ ਹੋ ਜੇ ਜਿਹਨੂੰ ਲਿਖ ਕੇ ਜਾਂ ਜਿਹਨੂੰ ਸੁਣਾ ਕੇ ਸਟੇਜ ਤੇ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੋਵੇ, ਬਹੁਤ ਹੀ ਜ਼ਿਆਦਾ ਸਕੂਨ ਤੁਸੀਂ ਮਿਲਿਆ ਹੋਵੇ ਜਦੋਂ ਤੁਸੀਂ ਉਹ ਲਿਖੀ ਹੋਵੇ, ਉਹਦੀਆਂ 4 ਸਤਰਾਂ। ਜੀ ਹਾਂਜੀ ਜੀ, ਐਸੀ ਕੋਈ ਰਚਨਾ ਜਿਹਨੂੰ ਲਿਖ ਕੇ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲਿਆ ਹੋਵੇ। ਆਵਾਜ਼ ਨਹੀਂ ਆ ਰਹੀ। ਔਰ ਇਹੋ ਜੀ ਕੋਈ ਰਚਨਾ ਜਿਹਨੂੰ ਲਿਖ ਕੇ ਤੁਹਾਨੂੰ ਬਹੁਤ ਸਕੂਨ ਮਿਲਿਆ ਹੋਵੇ। ਹਾਂਜੀ, ਆਵਾਜ਼ ਆ ਰਹੀ ਹੈ ਜੀ। ਹਾਂਜੀ ਸਰ, ਮੇਰੇ ਖਿਆਲ ਚ ਥੋੜੀ ਇੰਟਰਨੈਟ ਦੀ ਪ੍ਰੋਬਲਮ ਆ। ਹੈਲੋ। ਹਾਂਜੀ, ਹੈਲੋ, ਤੁਹਾਨੂੰ ਸਰ ਆਵਾਜ਼ ਆ ਰਹੀ? ਹੁਣ ਆਵਾਜ਼ ਨਹੀਂ ਆ ਰਹੀ ਜੀ। ਹੁਣ ਦੇਖੋ, ਹੁਣ ਆਵਾਜ਼ ਆ ਰਹੀ ਹੈ? ਨੈਟ ਦੀ ਥੋੜੀ ਆਈ ਥਿੰਕ ਪ੍ਰੋਬਲਮ ਆ ਰਹੀ ਹੈ, ਨੈਟਵਰਕ ਦੀ। इंटरनेट का कुछ प्रॉब्लम आ रही है शायद। रुपिंदर आवाज नहीं आ रही जी। हाँ जी, हाँ जी सर। हेलो। हुण आ रही है आवाज सर? हेलो, सर आवाज आ रही है जी? सर जी आई थिंक नेटवर्क की कुछ आवाज नहीं आ रही जी। रश्मिंदर आवाज नहीं आ रही जी, सर ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਉਦੋਂ ਤੱਕ ਤੁਹਾਡੀ ਜਦ ਤੱਕ ਨੈਟਵਰਕ ਦੀ ਕੁਝ ਪ੍ਰੋਬਲਮ ਸੌਰਟ ਆਊਟ ਹੁੰਦੀ ਹੈ, ਮੈਂ ਉਦੋਂ ਤੱਕ ਤੁਹਾਡੇ ਇੱਕ ਮਹਾਕਾਵ ਜਿਹੜਾ ਹੈ ਸਤਿਗੁਰ ਪ੍ਰਗਟਿਆ, ਉਹਦੇ ਵਿੱਚੋਂ ਕੁਝ ਤੁਹਾਡੀ ਕਵਿਤਾ ਇੱਕ ਪੜ੍ਹ ਕੇ ਮੈਂ ਦਰਸ਼ਕਾਂ ਨੂੰ ਸੁਣਾਉਣਾ ਚਾਹੂੰਗੀ। ਗੁਰੂ ਜੀ ਦੇ ਵੱਡੇ ਤੇ ਵਧੇਰੇ ਇਸ ਦੇਸ਼ ਵਿੱਚ ਰਾਜੇ ਮਹਾਰਾਜੇ ਬਣ ਕਰਦੇ ਨਿਵਾਸ ਸੀ। ਰਾਜ ਭਾਪ ਕੇ ਲਾਹੌਰ ਤੇ ਕਸੂਰ ਸੋਹਣਾ, ਵਾਂਗ ਸੂਰਜ ਵੰਸ਼ੀਆ ਇਹ ਰੱਖਦੇ ਲਿਬਾਸ ਸੀ। ਸ਼ਸਤਰਾਂ ਤੇ ਵੇਦਾਂ ਦੇ ਗਿਆਤਾ ਸਨ ਬੜੇ ਵੱਡੇ, ਦੁੱਖਾਂ ਤੇ ਮੁਸੀਬਤਾਂ ਚ ਦਿਸੇ ਨਾ ਨਿਰਾਸ਼ ਸੀ। ਨੇਕ ਨੀਤੀ ਵਿਦਵਤਾ ਤੇ ਬੀਰਤਾ ਨੂੰ ਕਾਇਮ ਰੱਖ ਤੇ ਵਾਧਿਆਂ ਤੋਂ ਹੁੰਦੇ ਨਾ ਉਦਾਸ ਸੀ। ਇਹ ਜੀ ਨਿਮਰ ਜੀ ਦੀਆਂ ਰਚਨਾ ਦੇ ਕੁਝ ਸਤਰਾਂ ਨੇ। ਇਹ ਉਹਨਾਂ ਦਾ ਮਹਾਕਾਵ ਹੈ ਸਤਿਗੁਰ ਨਾਨਕ ਪ੍ਰਗਟਿਆ। ਇੱਕ ਇਹਨਾਂ ਦੀ ਕਵਿਤਾ ਹੈ ਨਾਨਕ ਪਾਤਸ਼ਾਹ ਧਾਰ ਅਵਤਾਰ ਆਇਆ। ਇਹਦੀਆਂ ਕੁਝ ਸਤਰਾਂ ਮੈਂ ਪੜ੍ਹ ਕੇ ਸੁਣਾਉਂਦੀ ਹਾਂ। ਤੇ ਚੜਿਆ ਵਿੱਚ ਤਲਵੰਡੀ ਦੇ ਮਹਾਸੂਰਜ, ਤੇ ਚਾਨਣ ਸੱਚ ਵਾਲਾ ਮਾਰ ਆਇਆ। ਜਬਰ ਜ਼ੁਲਮ ਮਿਟਾਉਣ ਲਈ ਧਰਤ ਉੱਤੋਂ ਨਾਨਕ ਪਾਤਸ਼ਾਹ ਧਾਰ ਅਵਤਾਰ ਆਇਆ। ਦਰਦਮੰਦਾਂ ਦੀ ਦਰਦ ਪੁਕਾਰ ਸੁਣ ਕੇ ਤਖਤਾਂ ਪੁਰਖ ਅਕਾਲ ਦਾ ਡੋਲਿਆ। ਉਹ ਦਰਦਾਂ ਭਰੀ ਕਹਾਣੀ ਨਾ ਕਹੀ ਜਾਵੇ, ਕਿੱਦਾਂ ਹਾਕਮਾਂ ਪਰਜਾ ਨੂੰ ਰੋਲਿਆ ਸੀ। ਮਾਨਸ ਖਾਣਿਆਂ ਪੜੀ ਨਮਾਜ਼ ਇੱਥੇ, ਤੇ ਤਿਲਕਾਂ ਵਾਲਿਆਂ ਧਰਮ ਮਦੋਲਿਆ ਸੀ। ਰਾਜਿਆਂ ਸ਼ੀਹਾਂ ਮੁਕੱਦਮਾ ਕੁੱਤਿਆਂ ਨੇ ਜ਼ਹਿਰ ਨਫ਼ਰਤਾਂ ਦਾ ਘਰ ਘਰਾ ਸੀ। ਧਰਮ ਸ਼ਰਮ ਜੋ ਬੈਠ ਗਏ ਦੜ ਵੱਟ ਕੇ, ਸਤਿਗੁਰੂ ਉਹਨਾਂ ਦਾ ਕਰਨ ਉਦਾਰ। ਜਬਰ ਜ਼ੁਲਮ ਮਿਟਾਉਣ ਲਈ ਤੱਕ ਨਾਨਕ ਪਾਤਸ਼ਾਹ ਅਵਤਾਰ ਆਇਆ।
बहुत ਤੁਹਾਡੀ ਆਵਾਜ਼ ਅਜੇ ਤੱਕ ਵੀ ਸਾਥੋਂ ठीक नहीं आ रही जी निमर जी, हुण ठीक है थोड़ी आवाज? हाँ जी आवाज ठीक है जी। शुक्र। वो नेट प्रॉब्लम हो जाती है जी। मैं उदों तक तुहाडी कविता तुहाडा महाकाव्य जिहड़ा है सतगुरु नानक प्रगटिया ਉਹਦੇ ਵਿੱਚੋਂ मैं दो कवितावां ਦੀਆਂ कुछ सतरां पाठकां ਨੂੰ ਸੁਣਾਈਆਂ ਤਾਂ ਕਿ ਉਦ ਤੱਕ ਮੈਂ ਕਿਹਾ ਨੈਟਵਰਕ ਦਾ ਆਪਣਾ ਪ੍ਰੋਬਲਮ ਹੋ ਜੇ। तो मैं ਹੁਣ ਚਾਹੁੰਦੀ ਹਾਂ ਕਿ ਤੁਸੀਂ ਆਪਣੀਆਂ ਕੁਝ ਇਸ ਤਰ੍ਹਾਂ ਦੀ ਰਚਨਾ ਸੁਣਾਓ ਜਿਹਨੂੰ ਲਿਖ ਕੇ ਤੁਹਾਨੂੰ ਬਹੁਤ ਸਕੂਨ ਮਿਲਿਆ ਹੋਵੇ और स्टेज ते बोल के भी ਤੁਹਾਨੂੰ बहुत सुकून मिलता होवे। कोई ਇਹੋ जी रचना ये 4 सतरां। हाँ बिल्कुल जी। जी ਤੁਸੀਂ ਲੋਕ ਗੀਤ ਵਿੱਚੋਂ ਚਾਹੋਗੇ ਕਿ ਜਾਂ ਜਿਹਨੂੰ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ ਹੋਵੇ। ਲੋ ਸੁਣੋ ਮੈਂ ਆਜ਼ਾਦੀ ਦੀ ਗੱਲ ਕਰਨ ਲੱਗਾ ਤੁਹਾਨੂੰ ਬਾਅਦ ਚ ਆਪਾਂ ਧਾਰਮਿਕ ਸੈਕਸ਼ਨ ਸ਼ੁਰੂ ਕਰਾਂਗੇ ਜੀ। ਆ ਕੋਲ ਜਰਾ ਪਟਰਾਣੀਏ ਆਜ਼ਾਦੀ ਨੂੰ ਕਹਿ ਰਹੇ ਤੈਨੂੰ ਗੱਲ ਸੁਣਾਵਾਂ ਤੂੰ ਕਿਵੇਂ ਭਾਰਤ ਆ ਗਈ ਤੈਨੂੰ ਸਮਝਾਵਾਂ तेरे बदले की हो गया तैनू दिखलावा किस किसने चाहिया पौनिया तेरे गल बाहा नी काफर तेरे पेकड़े अखियां तो अन्ने जिन्ना तेरे लखा निगरा नू लाया बन्ने तेरे लखा निगरा नू लाया बन्ने सुनना जी तेरी वेख सुंदरता सोहनी है सिंह भगत सितरिया तैनू परनाउण दे वास्ते ओनू फुरना फुरिया ओदा राजगुरु सलवालेड़ा सुखदेव न मुड़िया सराबे दा दिल सोहणीए तेरे ते जुड़िया नी तेरे पेके गोरे जी। नेटवर्क भी मेरे ख्याल प्रॉब्लम आ रही है दोबारा। कई बार मौसम की खराबी करके नेटवर्क प्रॉब्लम आ जाती है। मैं निमर जी की एक होर कविता उसके कुछ सतरां श्रोतियां सामने पेश करना चाहूँगी। गुरु जी बगदाद विखे बहर बैंत है बस्ता फरात ते करबला पार करके चरण पातशाह बगदाद विच पा रहे ने घोड़ी रो कुरला सन रहे उथे छार के कोड़ हटा डेरे कब्रिस्तान दे विच ला लए ते वार आसा दी पातशाह गा रहे चढ़ के आप मीनार ते बांग लाई बगदाद शहर दे लोग घबरा नहीं शब्द गुरां जद राग विच गा पड़िया ते दस्तगीर इमाम हैरान हो गए सुन के गुरां दी आवाज ओ सोज अंदर राग सुनदियां बड़े परेशान हो गए कहंदे दी होई तौहीन वड्डी गुस्से विच ओ अगन तूफान हो गए कुरान बारे जद गुरा ने बचन कीते ते सारे सुनदियां बर्फ समान हो गए 2 महीने बगदाद विच रह सतगुर संगत पंगत नू आप प्रचारदे रहे कईयां तपदियां कुड़दियां नू तारन हार गुरु पातशाह तारदे रहे खारे खूहां नू पातशाह कर मिठियां काम क्रोध हंकार नू मारदे रहे रब सारियां जीवां दा त्यारा रब दी उच्चता ताईं सत्कार दे रहे। ये गुरु पातशाह जी जदों उदासियां ते जांदे सी ते उत्थों दी संगत दे उदार करदे सन लेकिन अज जो भी अफगानिस्तान दे विच साडे गुरधामां दे नाल हो रहा है वो देख के
मन बलुंदड़िया जाता है। पर उत्थों दे रहन वाले जिहड़े साडे सिख कौम दे बशिंदे ने या संगत है, जो धन धन श्री गुरु ग्रंथ साहब जी की सेवा संभाल कर रहे हैं, गुरधामां की सेवा संभाल कर रहे हैं, उन्होंने बहुत बहुत नमन, जो इन्नियां मुश्किलों के बावजूद भी उत्थे डटे हुए ने, अपने गुरु धामां दे गुरु पातशाह जी दे सेवा कर रहे हैं। निमर जी की कविता विचों एक होर कविता, सतनाम दी प्रचार फेरी मालवा दखण वन, वेई नदी विच इशनान कर सच्चे साहिब, दूसरी प्रचार फेरी वास्ते तैयार ने, घर विचों सुख ते प्यार नाल निकले ने, रवां रवी हो गए सारे सतलुज तो पार ने, ते धर्मकोट संगतां नूं कीता निहाल बाबे, अकातपुरे पातशाह जी करदे विचार ने, अज भी बाबा जी दियां यादां उत्थे नजर आउण, गुरु नानक सर समाधां उत्ते सोहणे दरबार ने। वाह जी, मैं तुहाडीआं सतरां कुछ पाठकां नूं ਸਰੋਤਿਆਂ ਨੂੰ ਆਪਣਿਆਂ ਨੂੰ ਸੁਣਾ ਰਹੀ। मैं कि ਜਦੋਂ तक ਤੁਹਾਡਾ ਨੈਟਵਰਕ ਦਾ ਪ੍ਰੋਬਲਮ ਸੈਟ ਹੋ ਜੇ। ਹਾਂਜੀ ਹਾਂਜੀ ਹਾਂਜੀ, ਬਹੁਤ ਅੱਛਾ ਕਰ ਰਹੇ ਹੋ। ਤੁਹਾਡੀ ਜਿਹੜੀ ਰਚਨਾ ਤੁਸੀਂ ਹੁਣੇ ਸੁਣਾਈ ਆਜ਼ਾਦੀ ਦੇ ਉੱਤੇ, ਵੰਡ ਦੇ ਉੱਤੇ, ਮੈਂ ਉਹਦੇ ਉੱਤੇ ਤੁਹਾਡੇ ਨਾਲ ਜੁੜਨਾ ਚਾਹਾਂਗੀ ਕਿ ਆਪ ਸ਼ਹੀਦ ਭਗਤ ਸਿੰਘ ਜੀ, ਰਾਜੂ ਜੀ, ਸੁਖਦੇਵ ਜੀ ਬਾਰੇ ਤੁਸੀਂ ਗੱਲ ਕੀਤੀ ਆਪਣੀ ਰਚਨਾ ਵਿੱਚ। ਉਹ ਇੱਕ ਬਹੁਤ ਨੌਜਵਾਨ ਪੀੜ੍ਹੀ ਸੀ, ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ ਦੇਸ਼ ਵਾਸਤੇ। ਕੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ? ਗੱਲ ਹੋ ਰਿਹਾ ਆਪਣੀਆਂ ਪਰਸਨਲ ਰੰਜਿਸ਼ਾਂ ਕਰਕੇ ਇੱਕ ਦੂਜੇ ਦਾ ਗੈਂਗਵਾਰ ਹੋ ਰਿਹਾ ਜਾਂ ਕਤਲ ਹੋ ਰਿਹਾ ਹੈ, ਜਿੱਦਾਂ ਹੁਣ ਬਹੁਤ ਥੋੜੇ ਸਮੇਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ। ਇਹ ਇੱਕ ਗੈਂਗਵਾਰ ਸੀ, ਇੱਕ ਪਰਸਨਲ ਆਪਣੀਆਂ ਰੰਜਿਸ਼ਾਂ ਕਰਕੇ ਮੁੰਡੇ ਦੇ ਨੌਜਵਾਨ। ਤੁਸੀਂ ਇਹਨਾਂ ਬਾਰੇ ਆਪਣੇ ਕੀ ਵਿਚਾਰ ਰੱਖਦੇ ਹੋ ਨੌਜਵਾਨ ਪੀੜ੍ਹੀ ਵੱਲੋਂ? ਰਸ਼ਪਿੰਦਰ ਜੀ, ਮੇਰੇ ਵਿਚਾਰ ਤੇ ਇਹ ਹੈ ਕਿ ਜਿਹੜੀ ਕੋਈ ਵੀ ਕੀਮਤੀ ਜਾਨ ਹੈ, ਜਿਹੜੀ ਕੌਮ ਦੀ ਜਾਨ ਬਣ ਜਾਂਦੀ ਹੈ, ਦੇਸ਼ ਦੀ ਜਾਨ ਬਣ ਜਾਂਦੀ ਹੈ, ਉਹ ਜਾਨ ਜਾਣ ਨਾਲ ਦੁੱਖ ਬੜਾ ਹੁੰਦਾ। ਇਹਦਾ ਕਾਰਨ ਇੱਕੋ ਹੀ ਆ ਕਿ ਸਾਡੇ ਪਹਿਲਾਂ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸਾਂ, ਮੈਂ ਤਕਰੀਬਨ 62-63 ਦੀ ਗੱਲ ਕਰਨ ਲੱਗਾ, ਜਦੋਂ ਸਾਡੀਆਂ ਕਲਾਸਾਂ ਹਾਊਸ ਲੱਗਦੇ ਸੀ, ਉਹਦੇ ਵਿੱਚ ਸਾਨੂੰ ਦੇਸ਼ ਪਿਆਰ ਸਿਖਾਇਆ ਜਾਂਦਾ ਸੀ। ਸਾਡੇ, ਮੈਂ ਡੇਰਾ ਬਾਬਾ ਨਾਨਕ ਬਾਰਡਰ ਨੂੰ ਬਿਲੋਂਗ ਕਰਦਾ, ਮੇਰੇ ਤੋਂ ਸਿਰਫ ਅੱਧਾ ਕਿਲੋਮੀਟਰ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦਾ ਬਾਰਡਰ ਹੈ। ਅਸੀਂ ਉੱਥੇ ਦੇਖਦੇ ਸਾਂ ਜਾ ਕੇ ਵੀ ਉੱਥੇ ਸਾਡਾ ਹਾਲ ਕੀ ਹੁੰਦਾ ਸੀ, ਛੋਟੇ ਛੋਟੇ ਬੱਚਿਆਂ ਦਾ ਦੇਸ਼ ਪਿਆਰ ਕਿਸ ਤਰ੍ਹਾਂ ਫੁੱਟਦਾ ਸੀ, ਔਰ ਇਸ ਤਰ੍ਹਾਂ ਹੀ ਭਗਤ ਸਿੰਘ ਹੋਣਾ ਚ ਫੁੱਟਦਾ ਹੋਏਗਾ। ਔਰ ਉਹਨਾਂ ਨੇ ਇਸ ਪਿਆਰ ਨੂੰ ਦਿਲ 'ਚ ਲੈ ਕੇ ਤੇ ਆਪਣੇ ਦੇਸ਼ ਵਾਸਤੇ ਕਰਨਾ ਸ਼ੁਰੂ ਕਰ ਦਿੱਤਾ ਕੁਛ। ਲੇਕਿਨ ਆਜ਼ਾਦੀ ਤੋਂ ਬਾਅਦ ਇਹ ਗੱਲਾਂ ਜਿਹੜੀਆਂ ਨੇ ਅਸੀਂ ਔਰ ਸਾਡੇ ਬੱਚੇ ਭੁੱਲ ਗਏ ਵੀ ਅਸੀਂ ਤਾਂ ਹੁਣ ਆਜ਼ਾਦ ਹੀ ਹਾਂ, ਹੁਣ ਕੀ ਫਰਕ ਪੈਣ ਲੱਗਾ, ਹੁਣ ਕੀ ਲੋੜ, ਪਰ ਪਤਾ ਨਹੀਂ ਕਿਸ ਵੇਲੇ ਕੀ ਹੋ ਜਾਵੇ। ਇਹ ਮੋਰਲ ਜਿਹੜਾ ਸਾਇੰਸ ਦੇ ਕਲਾਸਾਂ ਲੱਗਦੀਆਂ ਸੀ, ਹਾਊਸ ਲੱਗਦੇ ਸੀ, ਉਹਦੇ ਵਿੱਚ ਦੇਸ਼ ਪਿਆਰ ਦੀਆਂ ਗੱਲਾਂ ਹੁੰਦੀਆਂ ਸੀ, ਅਵਾਰਡ ਦਿੱਤੇ ਜਾਂਦੇ ਸੀ ਤੇ ਉਹਦੇ ਵਿੱਚ ਜਜ਼ਬਾ ਸੀ। ਮੈਨੂੰ ਯਾਦ ਹੈ ਕਿ ਸਾਨੂੰ 8ਵੀਂ ਤੱਕ 303 ਦੀ ਗਨ ਸਿਖਾ ਦਿੱਤੀ ਸੀ ਬਾਰਡਰ ਤੇ। ਫਸਟ ਏਡ ਜੌਨਸਨ ਜਿਹੜੇ ਨੇ ਉਹਨਾਂ ਦੀਆਂ ਸਿਖਾ ਦਿੱਤੀਆਂ ਸੀ ਫਸਟ ਏਡ, ਤੇ ਅਸੀਂ 65 ਦੇ ਵਿੱਚ ਸੇਵਾ ਵੀ ਕੀਤੀ ਹੈ। ਆਪਣੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਦੇ ਵਿਦਿਆਰਥੀਆਂ ਨੇ ਜਿੰਨੀ ਕੁ ਉਹਨਾਂ ਕੋਲ ਸੇਵਾ ਹੋਈ ਸੀ, ਜਦੋਂ ਐਂਬੂਲੈਂਸ ਦੀਆਂ ਪੱਟੀਆਂ ਕਰਨੀਆਂ, ਇਹ ਸਾਰਾ ਅਸੀਂ ਕੀਤਾ ਤੇ ਕਰਦੇ ਰਹੇ। ਤੇ ਹੁਣ ਇਹ ਚੀਜ਼ਾਂ ਜਿਹੜੀਆਂ ਨਹੀਂ ਆ, ਜਿਸ ਕਰਕੇ ਇਹ ਗੱਲਾਂ ਹੋ ਰਹੀਆਂ ਨੇ, ਇਹ ਨਹੀਂ ਹੋਣਾ ਚਾਹੀਦਾ। ਉਹ ਦੇਸ਼ ਪਿਆਰ ਦੀ ਗੱਲ ਹੋਣੀ ਚਾਹੀਦੀ ਆ, ਕਿਤਾਬਾਂ ਵਿੱਚ ਵੀ ਹੋਣੀ ਚਾਹੀਦੀ। ਕਿਤਾਬਾਂ 'ਚ ਇਹ ਸਾਡੀ ਕਿ ਸਾਡੇ ਸਿਲੇਬਸ ਦੇ ਵਿੱਚ ਹੁਣ ਇਤਿਹਾਸ ਨੂੰ ਵੀ ਪਿੱਛੇ ਕਰ ਦਿੱਤਾ ਗਿਆ ਹੈ। ਅੱਜ ਕੱਲ੍ਹ ਦੀ ਜਿਹੜੀ ਪੜ੍ਹਾਈ ਹੈ, ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਉਹਦੇ ਵਿੱਚ ਸਿੱਖ ਇਤਿਹਾਸ ਦਾ ਵੀ ਕਿਤੇ ਨਹੀਂ, ਆਪਣੇ ਸ਼ਹੀਦਾਂ ਦੇ ਇਤਿਹਾਸ ਨੂੰ ਵੀ ਪਿੱਛੇ ਕਰੇ ਜਾਂ ਫਿਰ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਇਹ ਵੀ ਬਹੁਤ ਵੱਡੀ ਨੁਕਸਾਨ ਇਤਿਹਾਸ ਨੇ। ਜਿਨ੍ਹਾਂ ਨੇ ਦੇਸ਼ ਲਈ ਬੀਬਾ ਕੁਛ ਕੀਤਾ, ਬਹੁਮੁੱਲੇ ਇਤਿਹਾਸ ਨੇ, ਸਾਡੇ ਹੀਰੋ ਰਹੇ ਨੇ, ਸਾਡੇ ਮਾਨਯੋਗ ਰਹੇ, ਉਹਨਾਂ ਬਾਰੇ, ਗੁਰੂਆਂ ਪੀਰਾਂ ਬਾਰੇ, ਪੈਗੰਬਰਾਂ ਬਾਰੇ, ਭਗਵਾਨ ਬਾਰੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਾਂਝੀਆਂ
ਸਿਲੇਬਸਾਂ ਵਿੱਚ ਹੋਣੇ ਚਾਹੀਦੇ ਨੇ ਵੀ ਉਹਨਾਂ ਨੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ, ਉਹਨਾਂ ਦੀ ਕੁਰਬਾਨੀਆਂ ਬਾਰੇ, ਉਹਨਾਂ ਦੀ ਦੇਸ਼ ਭਗਤੀ ਬਾਰੇ, ਉਹਨਾਂ ਦੀ ਪ੍ਰਮੋਸ਼ਨ ਬਾਰੇ ਸਭ ਕੁਝ ਹੋਣਾ ਚਾਹੀਦਾ, ਤਾਂ ਬੱਚੇ ਜਿਹੜੇ ਨੇ ਸਾਡੇ ਸਿੱਖ ਸਕਦੇ ਨੇ। ਦੂਜੀ ਗੱਲ ਦੇਖੋ, ਮੈਂ ਬੇਟਾ ਜੀ ਤੁਹਾਨੂੰ ਦੱਸਦਾ ਕਿ ਸੱਭਿਆਚਾਰ ਖਤਮ ਹੋ ਗਿਆ, ਜਿਹੜਾ ਪੁਰਾਣਾ ਸੱਭਿਆਚਾਰ ਹੈ ਖਤਮ ਹੋ ਗਿਆ। ਬੱਚੇ ਨਸ਼ਿਆਂ ਵੱਲ ਲੱਗ ਗਏ। ਇੱਧਰ ਮੈਂ ਕਹਿੰਦਾ ਪੁਰਾਣੀਆਂ ਖੇਡਾਂ, ਕਬੱਡੀ, ਰੈਸਲਿੰਗ, ਉਹ ਖੋ ਖੋ, ਰੱਸਾਕੱਸੀ, ਉਹ ਕਿਤੇ ਹੁਣ ਆਸਤਾ ਆਸਤਾ ਅਲੋਪ ਹੋ ਰਹੀਆਂ ਨੇ, ਜਿਹੜੀਆਂ ਕਿ ਸਾਡੇ ਦੇਸ਼ ਦਾ ਮੰਦਭਾਗਾ ਸਮਾਂ ਉਹ ਹੋਣੇ ਚਾਹੀਦੇ ਨੇ। ਉਹਦੇ ਵਿੱਚ ਖੇਡਣ ਵਾਲੇ ਬੱਚੇ ਆਪਣਾ ਸਰੀਰ ਬਣਾਉਂਦੇ ਸੀ, ਸਰੀਰ ਗਾਉਂਦੇ ਨਹੀਂ ਸੀ। ਬਿਲਕੁਲ ਬਿਲਕੁਲ। ਤੇ ਤੋਂ ਜੀ ਸਾਡੇ ਨਾਲ ਗੁਰਵਿੰਦਰ ਕੌਰ ਜੀ ਜੁੜੇ ਨੇ, ਉਹ ਤੁਹਾਡੇ ਅਲਫਾਜ਼ਾਂ ਦੀ ਬਹੁਤ ਤਾਰੀਫ ਕਰ ਰਹੇ ਨੇ, ਕਹਿ ਰਹੇ ਕਿ ਸਰ ਜੀ ਤੁਹਾਡੇ ਅਲਫਾਜ਼ ਬਹੁਤ ਹੀ ਪਿਆਰੇ, ਔਰ ਸਤਿ ਸ਼੍ਰੀ ਅਕਾਲ ਕਹਿ ਰਹੇ ਹੈ ਜੀ ਤੁਹਾਨੂੰ। ਨਿਮਰ ਜੀ ਬਹੁਤ ਪਿਆਰ ਬੇਟਾ ਜੀ। ਜੀ ਨਿਮਰ ਜੀ, ਕੋਈ ਐਸੀ ਰਚਨਾ ਜਿਹਦੇ ਵਿੱਚ ਪੰਥ ਦਾ ਦਰਦ ਬਿਆਨ ਹੁੰਦਾ ਹੋਵੇ, ਕਿ ਪੰਥ ਪ੍ਰਤੀ ਅੱਜ ਦੀ ਨੌਜਵਾਨ ਪੀੜ੍ਹੀ ਜਾਂ ਅੱਜ ਦਾ ਜੋ ਮਾਹੌਲ ਜਾਂ ਅੱਜ ਦੀਆਂ ਸਾਡੀਆਂ ਜਥੇਬੰਦੀਆਂ ਜਿਸ ਨਾਲ ਪੰਥ ਦੀ ਇੱਕ ਤਕਲੀਫ ਸਾਹਮਣੇ ਆਉਂਦੀ ਹੋਵੇ, ਉਹਦੀਆਂ 4 ਸਤਰਾਂ। ਲਓ ਜੀ, ਮੈਂ ਹੁਣੇ ਸੁਣਾਣਾ ਤੁਹਾਨੂੰ ਜੀ। ਪੰਥ ਬਾਰੇ ਜਿਹੜੀ ਮੈਂ ਗੱਲ ਕਰਨ ਲੱਗਾ ਤੁਹਾਨੂੰ, ਮੈਂ ਤੇ ਜੋ ਲਿਆਇਆ ਸੀ ਜੀ, ਹੋਲਾ ਮਹੱਲਾ ਪੰਥ ਦੀ ਬਹੁਤ ਵੱਡੀ ਅਚੀਵਮੈਂਟ ਹੈ ਜੀ, ਤੇ ਉਹਦੇ ਬਾਰੇ ਮੈਂ ਗੱਲ ਕਰਨ ਲੱਗਾ। ਤੇ ਉਸ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਗੱਲ ਕਰਾਂ ਜੀ, ਮਾਤਾ ਗੁਜਰੀ ਛੋਟੇ ਬੱਚਿਆਂ ਨੂੰ ਜਦੋਂ ਤੋਰਦੇ ਨੇ ਮਾਤਾ ਜੀ, ਤੇ ਉਦੋਂ ਉਹਨਾਂ ਨੂੰ ਕੋਈ ਸਿੱਖਿਆ ਦਿੰਦੇ ਆ। ਉਹ ਸਿੱਖਿਆ ਅੱਜ ਦੇ ਨੌਜਵਾਨਾਂ ਵਾਸਤੇ ਬਹੁਤ ਪ੍ਰਭਾਵਿਤ ਹੈ ਕਿ ਮੱਥਾ ਚੁੰਮ ਕੇ ਸੀਨੇ ਦੇ ਨਾਲ ਲਾ ਕੇ, ਮੱਥਾ ਚੁੰਮ ਕੇ ਸੀਨੇ ਦੇ ਨਾਲ ਲਾ ਕੇ ਦਾਦੀ ਤੋਰਦੀ ਰਾਜ ਦੁਲਾਰਿਆਂ ਨੂੰ, ਦਾਗ ਧਰਮ ਨੂੰ ਲੱਗ ਨਾ ਜਾਏ ਕਿਧਰੇ, ਮਾਤਾ ਆਪਦੀ ਪੋਤਿਆਂ ਪਿਆਰਿਆਂ ਨੂੰ। ਇੱਕ ਛੋਟੀ ਜੀ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕਰਤਾ ਕਿ ਤੱਤੀ ਤਵੀ ਨੂੰ ਰੱਖਣਾ ਯਾਦ ਸਾਹਵੇਂ, ਸੜਦੀ ਰੇਤ ਨੂੰ ਦਿਲੋਂ ਭੁਲਾਇਓ ਨਾ ਬੱਚਿਓ, ਦੇਗ ਉਬਲਦੀ ਵਿੱਚ ਜੋ ਜ਼ੁਲਮ ਹੋਏ ਸਿੱਧੇ ਪੁਰਖਿਆਂ ਦੇ ਸਦਾ ਨਿਭਾਇਓ ਬੱਚਿਓ। ਤੇ ਚੌਂਕ ਚਾਂਦਨੀ ਖੂਨੀ ਗਵਾਹੀ ਭਰਦਾ, ਮੁੱਲ ਸਿਦਕੀ ਸ਼ਹੀਦਾਂ ਦਾ ਪਾਇਓ ਬੱਚਿਓ, ਤੇ ਹਿੰਦ ਦੇਸ਼ ਲਈ ਗੁਰਾਂ ਜੋ ਸੀਸ ਦਿੱਤਾ ਉਸੇ ਸੀਸ ਤੇ ਫੁੱਲ ਚੜਾਇਓ ਬੱਚਿਓ। ਦੇਸ਼ ਦੀ ਗੱਲ ਕੀਤੀ ਆ, ਹਿਲਾ ਕੇ ਰੱਖ ਦਿੱਤਾ ਮਾਤਾ ਨੇ ਵੀ ਉਹ ਨਾ ਭੁੱਲਿਓ। ਤੇ ਖੇਡ ਖੂਨ ਦੀ ਖੇਡੀ ਸੀ ਹਾਕਮਾਂ ਨੇ, ਖੇਡ ਖੂਨ ਦੀ ਖੇਡੀ ਸੀ ਹਾਕਮਾਂ ਨੇ, ਰਤਾ ਆਇਆ ਨਾ ਦਰਦ ਹਥਿਆਰਿਆਂ ਨੂੰ, ਦਾਗ ਧਰਮ ਨੂੰ ਲੱਗ ਨਾ ਜਾਏ ਕਿਧਰੇ, ਮਾਤਾ ਆਖਦੀ ਪੋਤਿਆਂ ਪਿਆਰਿਆਂ। ਤੇ ਦੇਖੋ ਇੱਕ ਗੱਲ ਸੁਣਨਾ ਬੀਬਾ, ਮਾਤਾ ਜੀ ਸਿਰ ਤੇ ਹੱਥ ਰੱਖ ਕੇ ਕੀ ਕਹਿੰਦੇ, ਤੁਹਾਡੀਆਂ ਰਗਾਂ 'ਚ ਖੂਨ ਦਸ਼ਮੇਸ਼ ਦਾ ਹੈ, ਜਿਸ ਦੀ ਬੜਕ ਤੋਂ ਮੁਗਲ ਦਰਬਾਰ ਕੰਬਦਾ, ਕੰਬਦੇ ਕੁੱਲ ਪਹਾੜ ਦੇ ਮਹਾਰਾਜੇ, ਆਪਣੀ ਯੋਧਿਆਂ ਦਾ ਸਰਦਾਰ ਕੰਬਦਾ। ਤੁਹਾਡੀਆਂ ਰਗਾਂ 'ਚ ਖੂਨ ਦਸ਼ਮੇਸ਼ ਦਾ ਹੈ, ਜਿਸ ਦੀ ਭਬਕ ਤੋਂ ਮੁਗਲ ਦਰਬਾਰ ਕੰਬਦਾ, ਕੰਬਦੇ ਕੁੱਲ ਪਹਾੜ ਦੇ ਮਹਾਰਾਜੇ, ਆਕੀ ਯੋਧਿਆਂ ਦਾ ਆਕੀ ਸਰਦਾਰ ਕੰਬਦਾ। ਜਾਬਰ ਕੰਬਦੇ ਵੇਖ ਸ਼ਮਸ਼ੀਰ ਉਹਦੀ, ਦਿੱਲੀ ਤਖਤ ਕੰਬਦਾ, ਤਖਤਦਾਰ ਕੰਬਦਾ, ਉਸਦੇ ਇੱਕ ਇੱਕ ਤੀਰ ਦੀ ਮਾਰ ਹੈਗੇ, ਖੂਨ ਖਾਰਾਂ ਦਾ ਵੀ ਖੂਨ ਖਾਰ ਕੰਬਦਾ। ਤੇ ਬੇਟਾ, ਕੋਈ ਮਾਈ ਦਾ ਲਾਲ ਨਹੀਂ ਟਿਕ ਸਕਿਆ, ਕੋਈ ਮਾਈ ਦਾ ਲਾਲ ਨਹੀਂ ਟਿਕ ਸਕਿਆ, ਚੋਟ ਵੱਜਦੀ ਜਦੋਂ ਨਗਾਰਿਆਂ ਨੂੰ, ਦਾਗ ਧਰਮ ਨੂੰ ਲੱਗ ਨਾ ਜਾਏ ਕਿਧਰੇ, ਮਾਤਾ ਆਖਦੀ ਪੋਤਿਆਂ ਪਿਆਰਿਆਂ। ਇਹ ਕਵਿਤਾ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਹੈ। ਤੇ ਆਖਰ ਚ ਗੱਲ ਕਹਿੰਦੇ ਨੇ ਜੀ ਤੇ ਬੱਚਾ ਬਾਰ-ਬਾਰ ਸੰਸਾਰ ਤੇ ਨਹੀਂ ਆਉਣਾ। ਮਹਾਕਾਵ ਦੀ ਕਵਿਤਾ ਬਹੁਤ ਲੰਬੀਆਂ ਹੁੰਦੀਆਂ ਬੀਬਾ ਜੀ, ਮਾਫੀ ਚਾਹਾਂਗਾ। ਬੱਚਾ ਬਾਰ-ਬਾਰ ਸੰਸਾਰ ਤੇ ਨਹੀਂ ਆਉਣਾ, ਇਹ ਤੁਹਾਨੂੰ ਮੈਂ ਤਰਨਮ ਚ 4 ਲਾਈਨਾਂ ਸੁਣਾਵਾਂਗਾ। ਬਾਰ-ਬਾਰ ਸੰਸਾਰ ਤੇ ਨਹੀਂ ਆਉਣਾ, ਤੇ ਧਰਮ ਆਪਣਾ ਕਦੇ ਵਿਸਾਰਿਓ ਨਾ,
आई मौत नू हस परना लैना, मौत जित्यो मौत तो हारियो। सुनना जी, पुरजा पुरजा जलाद कट देवे, पुरजा पुरजा जलाद जे कट देवे, ते सी तक भी मुखों उचारियो ना, वांग जोधिया होना शहीद बच्चो, होर धर्म नू भुल के तारियो ना। बहुत बड़ी चोट है, जो धर्म बदलाव बहुत हो रहा है। निमर वांग फौलाद दे सिर जान, निमर वांग औलाद दे सिर जाना, सिख धर्म दे महल मुनारियां नू, दाग धर्म नू लग ना जाए किधरे, माता आखदी पोतियां प्यारियां, माता आखदी पोतियां प्यारियां। 14 नवंबर का दिन इन्हां दे नाल कीता साडे देश ने, ਅਸੀਂ ਧੰਨਵਾਦੀ ਹਾਂ इस गल ते भी, ਬੱਚਿਆਂ ਨੂੰ याद रखा जाएगा। हाँ जी बिब्बा जी। आवाज की बड़ी प्रॉब्लम है तुहाडे, रीजॉइन करिए। हाँ जी सर, ताकि वो बारिश के मौसम करके शायद थोड़ी जी प्रॉब्लम आ रही है नेटवर्क दी। की प्रॉब्लम? बरसात का मौसम है, ਉਹਦੇ ਕਰਕੇ नेटवर्क की प्रॉब्लम आ रही है जी। हाँ जी, ਅਸੀਂ ਸੀਗੇ जी पंथ ਦੇ ਦਰਦ ਦੀ ਗੱਲ ਕਰ ਰਹੇ ਸੀ ਜੀ। ਆਸਟ੍ਰੇਲੀਆ ਤੋਂ ਪ੍ਰਗਟ ਸਿੰਘ ਗਿੱਲ ਬਾਗੀ ਜੀ ਤੋਂ ਜੁੜੇ ਨੇ, ਕਹਿ ਰਹੇ ਨੇ ਕਿ ਤੁਸੀਂ ਬਹੁਤ ਹੀ ਅਨਮੁੱਲੀ ਜਾਣਕਾਰੀ ਦੇ ਰਹੇ ਹੋ पंथ बारे, आजादी बारे, देश बारे। वो बहुत शुक्रगुजार है जी तुहाडे आस्ट्रेलिया तो। बहुत बहुत धन्यवाद जी, बहुत बहुत धन्यवाद।
ਨਿਮਰ ਜੀ, ਜਿੱਦਾਂ ਬਹੁਤ ਆਪਾਂ ਬਹੁਤ ਪੰਥ ਧੰਨਵਾਦ ਦਾ ਵੀਰ ਜੀ। ਦਰਸ਼ਨ ਆਪਣੀ ਰਚਨਾ ਦੇ ਵਿੱਚ, ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਜੋ ਅੱਜ ਸਾਡੇ ਪੰਜਾਬ ਦਾ ਮੁੱਦਾ ਹੈ, ਬੰਦੀ ਸਿੰਘਾਂ ਦੀ ਰਿਹਾਈ, ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਔਰ ਸਾਰੀ ਆਪਣੀ ਸਜ਼ਾਵਾਂ ਭੁਗਤ ਲਈਆਂ ਨੇ, ਸਾਰੀ ਉਮਰ ਆਪਣੀ ਉਹਨਾਂ ਨੇ ਜੇਲ੍ਹਾਂ 'ਚ ਕੱਟ ਦਿੱਤੀ ਹੈ, ਉਹਨਾਂ ਦੀ ਸਜ਼ਾਵਾਂ ਖਤਮ ਹੋ ਵੀ ਗਈਆਂ ਨੇ, ਲੇਕਿਨ ਉਸ ਦੇ ਬਾਵਜੂਦ ਵੀ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਤੁਸੀਂ ਇਸ ਦੇ ਬਾਰੇ ਕੀ ਵਿਚਾਰ ਰੱਖਦੇ ਹੋ ਕਿ ਸਿੱਖ ਕੌਮ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਨੇ ਸਿੱਖ ਪੰਥ ਵਾਸਤੇ ਕੀਤਾ, ਆਪਣੇ ਇੰਡੀਵਿਜੂਅਲ ਨਹੀਂ ਸੀ ਕੀਤਾ, ਉਸ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਈ ਨਹੀਂ ਮਿਲਦੀ, ਉਸ ਦੇ ਬਾਰੇ ਕੀ ਵਿਚਾਰ ਹੈ ਤੁਹਾਡੇ? ਮੈਂ ਤੇ ਬੀਬਾ ਜੀ ਇੱਕੋ ਗੱਲ ਕਹਿਣਾ, ਹੱਥ ਜੋੜ ਕੇ ਪਰਮ बिल्कुल जी, नेटवर्क की फिर प्रॉब्लम बरसात के मौसम करके सानू बहुत मुश्किल आ रही है जी। मैं निमर जी की किताब ਦੇ ਵਿੱਚੋਂ ਉਹਨਾਂ ਦੀ ਇੱਕ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਾਂਗੀ। 3 दिन बाद बाबा जी का प्रगट होना। अचानक सुल्तान जी सर नदी जी बिल्कुल जी सर, विचे आवाज कट्टी गई सी, आवाज कट्टी गई सी। ਅਸੀਂ ਗੱਲਾਂ ਕੱਲ ਕਰ ਰਹੇ ਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ। ਅੱਛਾ, ਬੰਦੀ ਸਿੰਘਾਂ ਦੀ ਰਿਹਾਈ ਜੀ, ਉੱਥੇ ਤੁਹਾਡੇ ਵਿਚਾਰ ਕੀ ਨੇ? ਹਾਂਜੀ ਹਾਂਜੀ ਜੀ, ਉਹ ਅਰਦਾਸ ਹੀ ਕਰ ਸਕਦੇ ਭੈਣ ਜੀ, ਅਸੀਂ ਤੇ ਸੱਚੇ ਪਾਤਸ਼ਾਹ ਅੱਗੇ ਗੁਰੂ ਮਹਾਰਾਜ ਜੀ ਅਰਦਾਸ ਕਰ ਸਕਦੇ ਆ ਵੀ ਸਾਡੇ ਜਿੰਨੇ ਵੀ ਦੇਸ਼ ਦੇ ਲੀਡਰ ਨੇ, ਦੇਸ਼ ਦੇ ਜਥੇਬੰਦੀਆਂ ਨੇ, ਇਹਨਾਂ ਦੇ ਮਨ ਵਿੱਚ ਸੱਚੇ ਪਾਤਸ਼ਾਹ ਮਿਹਰ ਪਾਉਣ ਤੇ ਸਰਕਾਰ ਦਾ ਫੈਸਲਾ ਜਿਹੜਾ ਵਾ ਇਹ ਹੋ ਜਾਵੇ। ਇਹ ਬੜੇ ਚਿਰ ਦਾ ਲਟਕਿਆ ਫੈਸਲਾ, ਇਹ ਇਸ ਪਾਸੇ ਲੱਗ ਜੇ ਤੇ ਬੜੀ ਅੱਛੀ ਗੱਲ ਹੋ ਸਕਦੀ ਹੈ, ਖੁਸ਼ੀ ਦੀ ਗੱਲ ਹੋ ਸਕਦੀ। ਬਿਲਕੁਲ ਜੀ। ਸਾਡੇ ਨਾਲ ਇਹਨੇ ਰੁਪਿੰਦਰ ਕੌਰ ਸੰਧੂ ਮੋਗੇ ਤੋਂ, ਉਹ ਤੁਹਾਨੂੰ ਮੈਸੇਜ ਦੇ ਰਹੇ ਨੇ ਕਿ ਸਰ ਜੀਓ, ਆਪ ਜੀ ਦੀ ਸਿਹਤ ਦੀ ਅਜੋਕੀ ਨੂੰ ਬਹੁਤ ਲੋੜ ਹੈ, ਵਕਤ ਦਰ ਵਕਤ ਸਮਾਂ ਕੱਢ ਕੇ ਆਨਲਾਈਨ ਸਾਂਝ ਪਾਉਂਦੇ ਰਿਹਾ ਕਰੋ, ਕਿਉਂਕਿ ਅੱਜ ਕੱਲ ਦੇ ਬੱਚੇ ਆਨਲਾਈਨ ਦੇਖਦੇ ਨੇ ਜੀ। ਮੋਗੇ ਤੋਂ ਜੀ ਰੁਪਿੰਦਰ ਸੰਧੂ, ਉਹ ਕਹਿ ਰਹੇ ਨੇ ਕਿ ਤੁਸੀਂ ਆਨਲਾਈਨ ਆ ਕੇ ਇਸ ਤਰ੍ਹਾਂ ਸੇਧ ਦਿੰਦੇ ਰਿਹਾ ਕਰੋ ਬੱਚਿਆਂ ਨੂੰ, ਅੱਜ ਕੱਲ ਬੱਚੇ ਆਨਲਾਈਨ ਜ਼ਿਆਦਾ ਦੇਖਦੇ ਨੇ। ਜੀ ਨਿਮਰ ਜੀ, ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੋਗਾ ਤੋਂ ਰਵਿੰਦਰ ਸੰਧੂ ਜੀ। ਮੈਂ ਤੇ ਆਪਣਾ ਜੀਵਨ ਲਾ ਰੱਖਿਆ ਬੇਟਾ ਜੀ, ਮੈਨੂੰ ਮੈਂ ਤਾਂ ਹੋਰ ਤੇ ਕਿਸੇ ਨੂੰ ਕਹਿੰਦਾ ਨਹੀਂ ਜੀ, ਮੈਂ ਤੇ ਰਸ਼ਪਿੰਦਰ ਨੂੰ ਕਿਹਾ ਵੀ ਬੇਟਾ ਜੀ ਮੈਨੂੰ ਜਦੋਂ ਮਰਜ਼ੀ ਬੁਲਾ ਲਿਆ ਕਰ, ਮੈਂ ਤੁਹਾਡੇ ਕੋਲ ਆ ਜਾਵਾਂਗਾ, ਜੋ ਮੈਨੂੰ ਪ੍ਰਮਾਤਮਾ ਨੇ ਦਿੱਤਾ ਉਹਨਾਂ ਬੱਚਿਆਂ ਨੂੰ ਦੇ ਦਿਆਂਗਾ। ਮੈਂ ਰੱਖਣਾ ਨੇ, ਮੈਨੂੰ ਵਿਧਾਤਾ ਸਿੰਘ ਤੀਰ ਮੇਰੇ ਉਸਤਾਦ ਸਾਹਿਬ ਨੇ ਕਿਹਾ ਸੀ, ਪ੍ਰਿੰਸੀਪਲ ਸੁਖਬੀਰ ਸਿੰਘ ਹੋਣਾ ਕਿਹਾ ਸੀ ਵੀ ਇਹ ਗੁਣ ਜਿਹੜਾ ਅਕਾਲ ਪੁਰਖ ਨੇ ਤੁਹਾਨੂੰ ਦਿੱਤਾ ਆਪਣੇ ਕੋਲ ਰੱਖਣਾ ਨਹੀਂ, ਇਹਨੂੰ ਵੰਡਣ। ਮੈਂ ਤੇ ਬੇਟਾ ਵੰਡ ਰਿਹਾ ਜਿੰਨਾ ਕੁ ਮੇਰੇ ਕੋਲ ਹੁੰਦਾ, ਮੇਰਾ ਪਰਿਵਾਰ ਸਾਰਾ ਇਸ ਪਾਸੇ ਲੱਗਾ, ਔਰ ਅਸੀਂ ਇਹ ਜੋ ਲਿਖਦੇ ਆ ਛਾਪ ਕੇ ਵੰਡ ਦਿੰਦੇ ਆ, ਔਰ ਜਿੰਨੀ ਕਿ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕੋਈ ਗੱਲਬਾਤ, ਉਹ ਵੀ ਅਸੀਂ ਦੱਸ ਦਿੰਦੇ ਆ। ਕਵਿਤਾ ਬਾਰੇ ਖਾਸ ਕਰਕੇ ਮੈਂ ਬੇਟਾ ਸਿਰਫ ਮੈਂ ਰਾਜਨੀਤੀ ਦੀ ਗੱਲ ਨਹੀਂ ਕਰਦਾ, ਤੇ ਨਾ ਮੈਂ ਰਾਜਨੀਤੀ ਦਾ ਕੋਈ ਇੰਨਾ ਮੈਨੂੰ ਇੰਟਰਸਟ ਹੈ। ਮੇਰੀ ਸੇਵਾ ਹੈ ਗੁਰੂ ਘਰ ਦੀ, ਸਿੱਖ ਧਰਮ ਦੀ, ਸਿੱਖ ਸਾਹਿਤ ਦੀ, ਸਿੱਖ ਹਿਸਟਰੀ ਦੀ, ਦੇਸ਼ ਪਿਆਰ ਦੀ, ਇਹ ਮੇਰੇ ਲਾਈਨ ਨੇ, ਇਹ ਤੇ ਮੈਂ ਕਰਦਾ। ਬਾਕੀ ਮੈਂ ਇੱਕੋ ਹੀ ਪਾਸਾ ਕਰ ਸਕਦਾ ਜੋ ਮੈਨੂੰ ਦਿੱਤਾ। ਇਹ ਧਾਰਮਿਕ ਕਿਤਾਬਾਂ ਤੁਹਾਨੂੰ ਲੈ ਕੇ ਤੁਹਾਡੇ ਸਾਹਮਣੇ ਦਿੱਤੀਆਂ ਨੇ, ਇਹ ਮੇਰੀ ਸੇਵਾ ਕਿੰਨੀ ਵੱਡੀ ਹੈ, ਛੋਟੀ ਮੋਟੀ ਨਹੀਂ ਹੈ। ਦੁਨੀਆ 'ਚ ਪਹਿਲਾ 6 ਮਹਾਂਕਾਵ ਲਿਖਣ ਵਾਲਾ ਇਹ ਰਾਈਟਰ ਤੁਹਾਡੇ ਸਾਹਮਣੇ
ਗੁਰੂ ਦਾ ਪਿਆਰਾ ਹੈ ਤੇ ਇਹ ਸੇਵਾ ਚ ਲੱਗੇ ਰਹਿੰਦੇ ਹੋ। ਪੋਲੀਟੀਕਲ ਗੱਲਾਂ ਕਰਨ ਵਾਲੇ ਹੋਰ ਲੋਕ ਬੜੇ ਨੇ, ਬੜੇ ਅੱਛੇ ਅੱਛੇ ਵਕੀਲ ਨੇ, ਬੜੇ ਅੱਛੇ ਅੱਛੇ ਬੁਲਾਰੇ ਨੇ। ਇਹ ਸੇਵਾ ਲੈਣੀਆਂ ਚਾਹੀਦੀਆਂ ਨੇ ਪੋਲੀਟੀਕਲ ਦੀਆਂ। ਸਾਨੂੰ ਧਰਮ ਦੀਆਂ ਦਿੱਤੀਆਂ ਨੇ ਤੇ ਦੇਸ਼ ਪਿਆਰ ਦੀਆਂ ਦਿੱਤੀਆਂ ਨੇ, ਅਸੀਂ ਉੱਤੇ ਪਹਿਰਾ ਦੇ ਰਹੇ। ਬਿਲਕੁਲ, ਜਿੱਦਾਂ ਹੁਣ ਰੁਪਿੰਦਰ ਸੰਧੂ ਜੀ ਨੇ ਕਿਹਾ ਕਿ ਬੱਚੇ ਆਨਲਾਈਨ ਹੀ ਜ਼ਿਆਦਾ ਦੇਖਦੇ ਨੇ ਜਾਂ ਸੁਣਦੇ ਨੇ, ਤੇ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਕਿ ਆਨਲਾਈਨ ਹੀ ਸਹੀ ਹੈ ਪੜ੍ਹਨਾ ਜਾਂ ਸੁਣਨਾ, ਜਾਂ ਸਾਨੂੰ ਘਰ ਦੇ ਵਿੱਚ ਕਿਤਾਬਾਂ ਵਿੱਚ ਵੀ ਬੱਚਿਆਂ ਨੂੰ ਇੰਟਰਸਟ ਵਿਖਾਉਣਾ ਚਾਹੀਦਾ, ਜਾਂ ਘਰ ਦੇ ਵਿੱਚ ਕੋਈ ਕਿਤਾਬਾਂ ਦਾ ਕੋਰਸ ਰੱਖਣਾ ਚਾਹੀਦਾ? ਤੁਹਾਡੀ ਕੀ ਸਲਾਹ ਹੈਗੀ ਹੈ? ਜਾਂ ਕੋਈ ਛੋਟੀ ਜਿਹੀ ਲਾਇਬ੍ਰੇਰੀ ਘਰ ਦੇ ਵਿੱਚ ਹਰ ਵਿੱਚ ਹੋਵੇ ਜਿਹਨਾਂ ਪੀੜ੍ਹੀ ਕਰਕੇ। ਤੁਸੀਂ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ। ਸਾਡਾ ਆਨਲਾਈਨ ਗੂਗਲ ਕੋਈ ਸਾਡਾ ਅਥੈਂਟੀਕੇਟ ਨਹੀਂ ਕਰ ਸਕਦਾ। ਜੇ ਸਾਡੇ ਕੋਲ ਕਿਤਾਬ ਪਈ ਆ ਨਾ, ਅਸੀਂ ਕਹਿ ਸਕਦੇ ਆ ਦੇਖੋ ਆਪਾਂ ਇੱਥੋਂ ਪੜ੍ਹਿਆ, ਇਸ ਰਾਈਟਰ ਦੀ ਕਿਤਾਬ ਆ ਤੇ ਆ ਅਸੀਂ ਬੋਲ ਰਹੇ ਆ, ਉਹ ਤੇ ਸੱਚ। ਤੇ ਬਾਕੀ ਜਿਹੜਾ ਆਨਲਾਈਨ ਜਾਂ ਇੱਧਰ ਸੋਸ਼ਲ ਮੀਡੀਆ 'ਚ ਮੈਂ ਵਿਸ਼ਵਾਸ ਨਹੀਂ ਕਰਦਾ। ਮੈਂ ਖਾਸ ਕਰਕੇ ਵਿਸ਼ਵਾਸ ਨਹੀਂ ਕਰਦਾ। ਮੈਂ ਤੇ ਬੱਚਿਆਂ ਅੱਗੇ ਬੇਨਤੀ ਕਰਦਾ, ਘਰ ਵਿੱਚ ਭਾਵੇਂ 10 ਕਿਤਾਬਾਂ ਰੱਖੋ, 10 ਕਿਤਾਬਾਂ ਰੱਖੋ, ਚੰਗੀਆਂ ਕਿਤਾਬਾਂ ਰੱਖੋ, ਖਰੀਦ ਕੇ ਕਿਤਾਬਾਂ ਰੱਖੋ, ਉਹਨਾਂ ਨੂੰ ਪੜ੍ਹੋ, ਉਹਨਾਂ ਤੇ ਵਿਚਾਰ ਕਰੋ। ਵੇਖੋ ਸਾਡੇ ਬਜ਼ੁਰਗਾਂ ਨੇ ਕਿਹੜੇ ਕਿਹੜੇ ਵੱਡੇ ਕਾਰਜ ਕੀਤੇ ਨੇ, ਕਿਹੜੀ ਕਿਹੜੀ ਵੱਡੀਆਂ ਦੇਸ਼ ਭਗਤੀ ਦੀਆਂ ਗੱਲਾਂ ਕੀਤੀਆਂ ਨੇ। ਅੱਜ ਸਾਡੇ ਦੇਸ਼ ਨੂੰ ਉਸ ਚੀਜ਼ ਦੀ ਲੋੜ ਹੈ। ਅੱਜ ਸਾਡੇ ਦੇਸ਼ ਨੂੰ ਸਾਡੇ 4 ਚੁਫੇਰੇ ਬਾਰਡਰ ਲੱਗੇ ਨੇ, ਲੇਕਿਨ ਸਾਨੂੰ ਲੋੜ ਹੈ। ਇੱਕ ਦੂਜੀ ਗੱਲ ਇਹ ਹੈ, ਬੱਚਾ ਪੜ੍ਹਦਾ ਔਰ ਉਧਰ ਦਿਮਾਗ ਨੇ ਜਾਣ ਵੱਲ ਨਹੀਂ ਜਾਏਗਾ। ਜਿਹੜਾ ਬੱਚਾ ਖੇਡਦਾ ਉਹ ਬੱਚਾ ਆਪਣਾ ਸਰੀਰ ਦੇਖੇਗਾ, ਆਪਣਾ ਮੈਡਲ ਦੇਖੇਗਾ, ਉਹ ਨਸ਼ਿਆਂ ਵੱਲ ਨਹੀਂ ਜਾਏਗਾ। ਇਸ ਕਰਕੇ ਆਪਣਾ ਧਿਆਨ ਇੱਧਰ ਮੋੜਨ ਵਾਸਤੇ ਕਿਤਾਬਾਂ ਦੇ ਵਿੱਚ ਔਰ ਇਤਿਹਾਸ ਵਿੱਚ ਆਪਣੀ ਰੁਚੀ ਬੱਚੇ ਦੇਣ, ਖੇਡਾਂ ਵਿੱਚ ਰੁਚੀ ਬੱਚੇ ਦੇਣ। ਕਿੰਨੀ ਕਿੰਨੀ ਸੋਹਣੀਆਂ ਖੇਡਾਂ ਨੇ। ਗੱਤਕਾ ਖੇਡ ਬੜੀ ਅੱਛੀ ਖੇਡ ਹੈਗੀ ਆ, ਰੈਸਲਿੰਗ ਬੜੀ ਅੱਛੀ ਖੇਡ ਹੈ, ਕਬੱਡੀ ਬੜੀ ਅੱਛੀ ਹੈ, ਰੱਸਾ ਕੱਸ਼ੀ ਬੜੀ ਅੱਛੀ ਹੈ, ਔਰ ਹੋਰ ਬੜੀਆਂ ਪੰਜਾਬ ਦੀਆਂ ਖੇਡਾਂ ਨੇ ਜਿਹੜੀਆਂ ਖੇਡ ਕੇ ਬੱਚੇ ਆਪਣੇ ਆਪ ਨੂੰ ਤੰਦਰੁਸਤ ਬਣਾ ਸਕਦੇ ਨੇ। ਤੇ ਮਾੜੀਆਂ ਗੱਲਾਂ ਵੱਲ ਨਹੀਂ ਜਾ ਸਕਦੇ। ਇਹ ਜਿਹੜੇ ਰੋਜ਼ ਹੀ ਕਾਂਡ ਹੋ ਰਹੇ ਨੇ, ਇੱਧਰ ਨਹੀਂ ਜਾ ਸਕਦੇ। ਚੰਗੇ ਸਿੰਗਰ ਪੈਦਾ ਕਰੋ, ਚੰਗੇ ਰਾਈਟਰ ਪੈਦਾ ਕਰੋ, ਔਰ ਉਹਨਾਂ ਦਾ ਸਤਿਕਾਰ ਹੋਵੇ। ਕੌਮ ਸਤਿਕਾਰ ਕਰੇ। ਜੇ ਕੌਮ ਸਤਿਕਾਰ ਹੀ ਨਹੀਂ ਕਰਦੀ ਤੇ ਅਸੀਂ ਕਾਹਦੇ ਰਾਈਟਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਰਾਈਟਰਾਂ ਦਾ ਮਾਣ ਕਰਨਾ ਚਾਹੀਦਾ ਹੈ, ਔਰ ਪਲੇਅਰਾਂ ਦਾ ਮਾਣ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਇਹ ਨਸ਼ੇ ਨੁਸ਼ੇ ਨਾ ਖਾਣ, ਇੱਧਰ ਨਾ ਖਾਣ, ਵਿਦੇਸ਼ ਨਾ ਜਾਣ, ਆਪਣੇ ਸ਼ਹਿਰ, ਆਪਣੇ ਦੇਸ਼, ਆਪਣੇ ਪ੍ਰਦੇਸ਼ ਵਿੱਚ ਉਹਨਾਂ ਨੂੰ ਸੈੱਟ ਕਰਨਾ ਚਾਹੀਦਾ। ਮੈਂ ਤੇ ਇਹ ਚਾਹੁੰਦਾ, ਤਾਂ ਹੀ ਤਰੱਕੀ ਹੋ ਸਕਦੀ ਹੈ। ਜੇ ਉੱਥੇ ਦੂਜਾ ਬੰਦਾ ਬੈਠਾ ਹੋਇਆ ਤੇ ਲਾਗੇ ਪਤਾ ਹੈ ਵੀ ਕਮਜ਼ੋਰ ਹੋ ਗਈ ਸਟੇਟ ਕੋਈ, ਤੇ ਫਿਰ ਖਤਰੇ ਹੋ ਸਕਦੇ। 71 ਦੀ ਔਰ 65 ਦੀ ਲੜਾਈ ਪੰਜਾਬ ਦੇ ਆਪਣੇ ਨੌਜਵਾਨਾਂ ਨਾਲ ਲੜੀ ਜੀ। ਦੁੱਧ ਕਿਸੇ ਦੇ ਘਰ 20 ਦਿਨ 25 ਦਿਨ ਕਿਸੇ ਨੇ ਜਾਮ ਨਹੀਂ ਲਾਇਆ, ਦਹੀਂ ਨਹੀਂ ਜਮਾਇਆ। ਫੌਜੀਆਂ ਨੂੰ ਸਭ ਸੇਵਾ ਹੁੰਦੀ ਰਹੀ। ਤੇ ਇਸ ਕਰਕੇ ਉਹ ਜਿਹੜੇ ਛਾਤਾਬਾਜ਼ ਉੱਤੋਂ ਉਤਰਦੇ ਸੀ, ਉਹ ਥੱਲੇ ਉਤਰ ਹੀ ਨਹੀਂ ਸਕਦੇ, ਉੱਤੇ ਕੰਮ ਹੋ ਜਾਂਦਾ ਸੀ। ਤੇ ਲੜੀ ਫੌਜ ਇਸ ਤਰ੍ਹਾਂ ਦੀ ਫੇਰ ਲਹਿਰ ਚੱਲਣੀ ਚਾਹੀਦੀ ਹੈ। ਸਾਰੇ ਬਾਰਡਰ ਏਰੀਆ ਦੇ ਵਿੱਚ ਟ੍ਰੇਨਿੰਗਾਂ ਹੋਣੀਆਂ ਚਾਹੀਦੀਆਂ ਨੇ। ਉਹ ਟੈਰੀਟੋਰੀਅਲ ਆਰਮੀ ਹੁੰਦੀ ਸੀ, ਉਹ ਬਹੁਤ ਟ੍ਰੇਨ ਕਰਦੀ ਸੀ। ਉਹ ਚੀਜ਼ਾਂ ਹੁਣ ਹਟ ਗਈਆਂ ਨੇ। ਉਹ ਜਿਹੜੀਆਂ ਇੱਕ ਸਾਹਿਤ ਸਭਾ ਦੇ ਸਾਡੇ ਲੱਗਦੇ ਸੀ, ਗਰੁੱਪ ਲੱਗਦੇ ਸੀ, ਭਗਤ ਸਿੰਘ ਗਰੁੱਪ, ਸ਼ਹੀਦ ਭਗਤ ਸਿੰਘ ਗਰੁੱਪ, ਸੁਭਾਸ਼ ਚੰਦਰ ਬੋਸ, ਬਹੁਤ ਸਾਰੇ ਲੱਗਦੇ, ਉਹ ਹਟ ਗਏ ਨੇ ਹੁਣ। ਉਹ ਲਾਣੇ ਚਾਹੀਦੇ ਨੇ ਜੀ। ਨਿਮਰ ਜੀ, ਅਖੀਰਲੀ ਜਿਹੜਾ ਯੂਥ ਨੂੰ ਕਿਸ ਤਰੀਕੇ ਨਾਲ ਸਕੀਮਾਂ ਲਿਆ ਕੇ ਤੇ ਸਰਕਾਰ ਚ ਲੈਣਾ ਚਾਹੀਦਾ, ਗੱਲ ਚ ਲੈਣਾ ਚਾਹੀਦਾ। ਜੀ ਨਿਮਰ ਜੀ, ਇੱਕ ਅਖੀਰਲੀ ਐਸੀ ਰਚਨਾ ਦੀ ਕੁਝ ਸਤਰਾਂ ਦਾ ਸੁਣਨਾ ਚਾਹਾਂਗੀ ਜਿਹਦੇ ਨਾਲ ਤੁਸੀਂ ਪੰਜਾਬ ਨੂੰ, ਨੌਜਵਾਨਾਂ ਨੂੰ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ। ਹਾਂਜੀ ਕੋਈ 4 ਸਤਰਾਂ ਦੱਸੋ ਜੀ। ਕੋਈ 4 ਸਤਰਾਂ, ਕੋਈ ਐਸੀ ਤੁਹਾਡੀ ਰਚਨਾ, ਜਾਂ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ। ਨੈਟਵਰਕ ਦੀ ਬਹੁਤ ਪ੍ਰੋਬਲਮ ਹੈ। ਜੀ ਤੁਸੀਂ ਕੁਝ ਪੰਜਾਬ ਨੂੰ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਮਾਧਿਅਮ ਰਾਹੀਂ। ਬਹੁਤ ਰਚਨਾ ਨੇ ਜੀ, ਬਹੁਤ। ਮੈਂ ਹੁਣੇ ਤੁਹਾਨੂੰ ਰਚਨਾ ਸੁਣਾ ਦਿੰਦਾ ਜੀ, ਜਿਹੜੀ ਤੁਸੀਂ ਕਹਿੰਦੇ ਹੋ। ਕੋਈ
बस जी साडे को हुण थोड़ा बस असीं तुहाडीआं हुण 4 सत्ਰਾਂ नाल समाप्ति करनी है जी शो दी। देश दे जवाना उठ हौसला न हारोए, देश दे जवाना उठ हौसला न हारोए, वैरियां दे सिरां उत्ते बन तलवार ओए। देश दे जवाना उठ हौसला न हारोए, देश दे पुजारिया भी तेरे उत्ते माने, तुझो साडी आन चन्न तुझे साडी शान हो। देश दे पुजारिया तुझे साडा माने, तुझे साडी आन चन्न तुझे साडा शान। देश दे वैरियां नू चुन चुन मारोए, वैरियां दे सिरां उत्ते बन तलवार होए। देश दे जवाना उठ हौसला न हारोए। सुनो जी, उठ के जवाना वाग देश दी संभाल होए, देश वासियां दा तेरे वल ही ख्याल होए। गरज के दिखा दे निमर पर्वतां तो पार होए। चीन दी गल वैरी दे सिरां उत्ते बन तलवार होए, वैरी दे सिरां उत्ते बन तलवार होए। बहुत खूब, बहुत ਇਹੋ ਜਿਹੀਆਂ ਸਾਰੀਆਂ ਨਜ਼ਮਾਂ ਅੱਜ ਜ਼ਰੂਰਤ ਨੇ ਜਿਹੜੀਆਂ ਸੰਦੇਸ਼ ਦਿੰਦੀਆਂ ਨੇ ਕੋਈ ਨਾ ਕੋਈ ਮੁਕਾਬਲਾ ਦੇ ਵੀਰ ਦੀ ਘੋੜੀ ਦਾ ਰੱਖ ਅਮੀਏ ਜਿਉਂਦੀ ਰਹੇ। ਇਹੋ ਜਿਹੀਆਂ ਗੱਲਾਂ ਅੱਜ ਤੇ ਇਹ ਗੁਪਤ ਹੁੰਦੀਆਂ ਜਾਂਦੀਆਂ ਨੇ। ਦੇਸ਼ ਦੀ ਗੱਲ ਇੱਕ ਮਿਲ ਲੱਗਾ ਤੂੰ ਜਦੋਂ ਮੈਂ ਇਤਿਹਾਸ ਆਪਣਾ बार बार मैनू एहसास हुंदा, नवे पातशाह अगर ना सीस दिंदे, मेरे देश दा होर इतिहास हुंदा, मेरे देश दा होर इतिहास हुंदा। ए जड़ी कविता है ਇਹਦੇ ਵਿੱਚੋਂ है तेग बहादुर ਤੁਹਾਡੇ ਅੱਗੇ ਪੇਸ਼ ਕੀਤੀ है। सारी मेरी पोइट्री इसे लाइन ते चलती है और देश नाल लगाव है, देश नाल प्यार है, धर्म नाल प्यार है। सारे इको इंसान ने कुदरत दे बना है, उस दी गल करनी चाहिदी है। ते मैं सारिआं नूं बेनती करांगा भाई कविता जुड़ो, इतिहास दे नाल जुड़ो, इतिहास की जानकारी लो, अपनी पिछोकड़ का पता करो, अपने विरसे का पता करो, अपने बैकग्राउंड का पता करो, फिर तुहानूं पता लगेगा कि कर रहे हैं ठीक है गलत। जी जी तरन तारण तो साडे नाल हरकमल मैणी जी जुड़े ने और तुहानूं बहुत बहुत सत्कार सहित सत श्री अकाल करदे पे ने। तरन तारण तो हरकमल मैणी जी बहुत बहुत मेहरबानी भैन जी। मैं भी डेरा बाबा नानक माझे का नौजवान हाँ। माझे डेरा बाबा नानक हायर सेकेंडरी की, उस तो बाद जमुना नगर आए, प्रिंसीपल सुखबीर से होनी लाए ते सेवा की देश की पंजाब एंड सिंध बैंक 32 साल। और ये जरा ए सेवा तुहाडे सामने रूबरू की है, ये मेरी नाल ही चलती रही। बहुत खुशी हुई, बहुत असीस दिओ, सेहतां बणियां रहन ते आपां बहुत खुशी हुई। बहुत तुसीं अपना समा सानू दिता। साडा पहला शो जिहड़ा सीगा असीं तुहाडे नाल अपना शुरुआत कीती है और असीं चाहुंदे कि तुहाडे वांगू ਸਾਹਿਤਕਾਰ सामने आण, अपनी रचनावां दे विचों अपनी सोच ते अपनी विचार जो पंजाब लई या पंथ लई ਉਹ ਸਾਹਮਣੇ ਨੌਜਵਾਨਾਂ ਦੇ ਆਣ। ਤੁਸੀਂ ਮੇਰੇ ਮੁਤਾਬਕ ਤੁਹਾਡੀਆਂ ਸਾਰੀਆਂ ਰਚਨਾਵਾਂ ਨੇ ਨੌਜਵਾਨਾਂ ਨੂੰ ਬਹੁਤ ਹੀ ਇੱਕ ਸੇਧ ਦਿੱਤੀ ਹੈ, ਇੱਕ ਦਿੱਤਾ ਹੈ। बहुत बहुत खुशी हुई। बहुत बहुत धन्यवाद तुहाडा निमर जी साडे इस शो च आउण लई। असीं बहुत बहुत शुक्रगुजार हां जी तुहाडे, तुसीं समां कढिआ साडे लई। बहुत बहुत धन्यवाद जी भैन जी तुहाडा, तुहाडे चैनल दा, तुहाडे स्टाफ दा, तुहाडी टीम दा। पर मैं एक बेनती करांगा भाई जे साडे वर्गे किसे बजुर्ग नौजवान नूं बुलाउणा होवे ना ते तुसीं क्लास भी अरेंज कर सकदे हो। जरूर किते क्लास अरेंज करो, असीं आवांगे बच्चों दे रूबरू होवांगे जी। बिल्कुल ये जरूरी है। बहुत बहुत धन्यवाद। फिर बहुत खुशी हुई। गुरु मेहर करे, सुख रवे, फिर मिलांगे।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਪੇਨ ਤੋਂ ਗੁਰਵਿੰਦਰ ਮੈਡਮ ਵੀ ਜੁੜੇ ਨੇ। ਉਹਨਾਂ ਨੇ ਮੈਂ ਨਿਮਰ ਜੀ ਵਾਸਤੇ ਵਾਹਿਗੁਰੂ ਜੀ ਬਹੁਤ ਸੋਹਣੀ ਰਚਨਾ ਸਰ ਜੀ, ਦਿਲ ਹਲੂਣ ਵਾਲੀ, ਸਾਡੀ ਸੋਚ ਨੂੰ ਇੱਕ ਹੁੰਗਾਰਾ ਦੇਣ ਵਾਲੀ ਆਵਾਜ਼ ਵੀ ਬਹੁਤ ਪਿਆਰੀ ਹੈ ਜੀ। ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਨਿਮਰ ਜੀ ਦੀ ਬਹੁਤ ਸੋਹਣੀ ਆਵਾਜ਼ ਹੈ। ਜਿਵੇਂ ਜਿਵੇਂ ਉਹ ਬਹੁਤ ਸੋਹਣੀਆਂ ਰਚਨਾਵਾਂ ਲਿਖਦੇ ਨੇ, ਇੰਨੇ ਵੱਡੇ ਮਹਾਕਾਵ ਲਿਖੇ ਨੇ, 6 ਮਹਾਕਾਵ ਉਹਨਾਂ ਦੇ ਆ ਚੁੱਕੇ ਨੇ, ਔਰ ਉਹਨਾਂ ਹੀ ਵਧੀਆ ਉਹ ਸਟੇਜ ਤੇ ਤਰਨਮ ਦੇ ਵਿੱਚ ਗਾ ਕੇ ਵੀ ਸੁਣਾਉਂਦੇ ਨੇ, ਜੋ ਅੱਜ ਸਰੋਤਿਆਂ ਦੇ ਸਾਹਮਣੇ ਆਏ। ਇੰਨੀ ਕੁ ਮੇਰੀ ਛੋਟੀ ਜਿਹੀ ਇੱਕ ਕੋਸ਼ਿਸ਼ ਸਾਹਿਤਕਾਰਾਂ ਦੇ ਨਾਲ ਤੁਹਾਡੀ ਸਰੋਤਿਆਂ ਦੀ ਇੱਕ ਮਿਲਣੀ ਕਰਵਾਉਣੀ, ਉਹਨਾਂ ਨੂੰ ਰੂਬਰੂ ਕਰਨਾ। ਸੋ ਅਗਲੇ ਬੁੱਧਵਾਰ ਫਿਰ ਤੁਹਾਨੂੰ ਮਿਲਾਂਗੇ ਜੀ, ਇਸੇ ਤਰ੍ਹਾਂ ਹੀ ਇੱਕ ਨਵੇਂ ਸਾਹਿਤਕਾਰ ਦੇ ਨਾਲ, ਉਹਨਾਂ ਦੀ ਰਚ ਤੇ ਸੋਚ ਤੇ ਆਪਾਂ ਵਿਚਾਰ ਤੇ ਚਰਚਾ ਕਰਾਂਗੇ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।